ਸਵਾਗਤ ਕਰਦੇ ਹਾਂ ਜੀ ਤੁਹਾਡਾ ਸਾਰਿਆਂ ਦਾ ਅੱਜ ਦੀ ਕਲਾਸ ਦੇ ਵਿੱਚ। ਅੱਜ ਦੀ ਕਲਾਸ ਜੋ ਮਾਸਟਰ ਕੈਰੇਕਟਰ ਦੀ ਹੈ ਉਹ ਹੈਗੀ ਹੈ ਜੀ ਨਾਨਕ ਸਿੰਘ ਨਾਲ ਸੰਬੰਧਿਤ ਉਹਨਾਂ ਦੀਆਂ ਕਹਾਣੀਆਂ ਨਾਲ। ਕਹਾਣੀਕਾਰ ਦੇ ਤੌਰ 'ਤੇ ਉਹਨਾਂ ਦੀ ਜੋ ਪਹਿਚਾਣ ਹੈ, ਉਹ ਕਿਹੜੀਆਂ ਕਹਾਣੀਆਂ ਲਿਖਦੇ ਨੇ, ਕਿਹੜੀਆਂ ਨਹੀਂ, ਉਹਨਾਂ ਦੇ ਬਾਰੇ ਅੱਜ ਥੋੜ੍ਹੀ ਜਿਹੀ ਵਿਚਾਰ ਚਰਚਾ ਰਹੇਗੀ। ਉਹਨਾਂ ਦੇ ਵਿਸ਼ੇ ਕਿਸ ਤਰ੍ਹਾਂ ਨੇ ਜੀ, ਕਿਹੜੇ ਕਹਾਣੀ ਸੰਗ੍ਰਹਿ ਦੇ ਵਿੱਚ ਕਿਹੜੀ ਕਹਾਣੀ ਨੂੰ ਰੱਖਿਆ ਗਿਆ, ਉਸ ਦੀ ਥੋੜ੍ਹੀ ਜਿਹੀ ਚਰਚਾ ਕਰ ਰਹੇ ਹਾਂ। ਨਾਨਕ ਸਿੰਘ ਦੀਆਂ ਜੀ ਕੁਛ ਕਹਾਣੀਆਂ ਨੇ, ਕਹਾਣੀ ਸੰਗ੍ਰਹਿ ਨੇ ਜਿਹੜੇ, ਉਹਨਾਂ ਦੀ ਗੱਲ ਕਰ ਰਹੇ ਹਾਂ ਜੀ। ਜਿਸ ਦੇ ਵਿੱਚ ਆਪਾਂ ਕਹਾਣੀ ਸੰਗ੍ਰਹਿ ਹੈ ਜੋ ਹੰਝੂਆਂ ਦੇ ਹਾਰ, ਤੁਸੀਂ ਸੁਣੇ ਹੋਏਗਾ ਜੀ, ਹੰਝੂਆਂ ਦੇ ਹਾਰ ਦਾ ਨਾਮ ਇਹਦਾ। ਕਈ ਜਗ੍ਹਾ ਜੀ ਤੁਸੀਂ ਇਹ ਸਨ ਜਿਹੜਾ ਹੈਗਾ 34 ਵੀ ਲਿਖਦਾ ਹੈ ਅਤੇ ਕਈ ਜਗ੍ਹਾ 35 ਵੀ ਮਿਲ ਜਾਏਗਾ। 34 35 ਤੁਸੀਂ ਇਹ ਦੋਨੋਂ ਸਨ ਨੂੰ ਮੰਨ ਲੈਣਾ। ਉਸ ਤੋਂ ਬਾਅਦ ਜੀ ਸੱਧਰਾਂ ਦੇ ਹਾਰ, ਮਿੱਧੇ ਹੋਏ ਫੁੱਲ, ਠੀਕ ਹੈ ਜੀ। ਉਸ ਤੋਂ ਇਲਾਵਾ ਜੀ ਠੰਡੀਆਂ ਛਾਵਾਂ, ਸੁਨਹਿਰੀ ਜਿਲਦ ਦਾ ਜੀ ਕਈ ਵਾਰ ਤੁਸੀਂ ਪੜ੍ਹਿਆ ਵੀ ਹੋਏਗਾ ਕਿਤੇ ਨਾ ਕਿਤੇ ਕਹਾਣੀ ਨੂੰ। ਸੁਪਨਿਆਂ ਦੀ ਕਬਰ 50 ਦੇ ਵਿੱਚ ਸ਼ਬਦ ਆ ਜੀ। ਉਸ ਤੋਂ ਬਾਅਦ ਸਵਰਗ ਅਤੇ ਉਸ ਦੇ ਵਾਰਸ। ਉਸ ਤੋਂ ਬਾਅਦ ਮੇਰੀਆਂ ਕਹਿ ਲਓ ਜੀ ਚੋਣਵੀਆਂ ਕਹਾਣੀਆਂ, ਉਲਝਣਾ ਅਤੇ ਭੂਆ। ਇਸ ਤੋਂ ਇਲਾਵਾ ਜੀ ਹੈਗਾ ਜੀ ਤਾਸ਼ ਦੀ ਆਦਤ। ਇਹ ਉਹਨਾਂ ਦੇ ਕੁਛ ਕਹਾਣੀ ਸੰਗ੍ਰਹਿ ਨੇ ਜੀ। ਕਈ ਜਗ੍ਹਾ ਇਹਨਾਂ ਦੀ ਗਿਣਤੀ ਨੂੰ ਵੱਧ ਘੱਟ ਵੀ ਲਿਖਿਆ ਹੋਏਗਾ, ਤੁਸੀਂ ਉਸ ਦੇ ਵਿੱਚ ਜ਼ਿਆਦਾ ਡਿਟੇਲ ਦੇ ਵਿੱਚ ਨਾ ਜਾਣਾ ਜੀ। ਇੱਕ ਸੰਨ ਦੇ ਬਾਰੇ ਕਿ ਉਹਨਾਂ ਦੇ ਜਿਹੜੇ ਸੰਨ ਨੇ ਜੀ, ਕਈ ਜਗ੍ਹਾ ਇੱਕ ਕਿਤਾਬ 'ਤੇ ਕਿਸੇ 'ਤੇ ਹੋਰ ਲਿਖਿਆ ਹੋਇਆ, ਕਿਸੇ 'ਤੇ ਹੋਰ ਲਿਖਿਆ ਹੋਇਆ, ਉਹਦੇ 'ਤੇ ਜ਼ਿਆਦਾ ਡਿਟੇਲ ਦੇ ਵਿੱਚ ਨਾ ਜਾਓ ਜੀ। ਜ਼ਿਆਦਾ ਡਿਟੇਲ ਦੇ ਵਿੱਚ ਜਾਓ ਇਹਨਾਂ ਦੀਆਂ ਕਹਾਣੀ ਸੰਗ੍ਰਹਿ, ਉਹਦੇ ਵਿੱਚ ਕਿਹੜੀਆਂ ਕਹਾਣੀਆਂ ਸ਼ਾਮਲ ਨੇ, ਉਹਨਾਂ ਦੇ ਬਾਰੇ ਥੋੜ੍ਹੀ ਜਿਹੀ ਗੱਲਬਾਤ ਕਰਨੀ ਬਣਦੀ ਹੈ। ਅਦਰਵਾਈਜ਼ ਉਹਨਾਂ ਦੇ ਸੰਨ ਵਗੈਰਾ ਨਹੀਂ ਪੁੱਛਿਆ ਜਾਏਗਾ, ਕਿਉਂਕਿ ਸੰਨ ਕਿਸੇ ਵੀ ਕਹਾਣੀ ਸੰਗ੍ਰਹਿ 'ਤੇ ਜਦੋਂ ਤੁਹਾਨੂੰ ਇੱਕ ਤੋਂ ਜ਼ਿਆਦਾ ਸੰਨ ਮਿਲਣ, ਉਸ ਕਹਾਣੀ ਸੰਗ੍ਰਹਿ ਦੇ ਬਾਰੇ ਸਵਾਲ ਜਵਾਬ ਨਹੀਂ ਹੋਏਗਾ। ਉਹ 'ਤੇ ਕਿੰਤੂ ਪਰੰਤੂ ਜ਼ਿਆਦਾ ਕਿਤਾਬਾਂ ਦੇ ਵਿੱਚ ਕੋਈ ਕਿਹੜੀ ਪਹਿਲੀ ਮੰਨਦਾ ਜੀ, ਕੋਈ ਕਿਹੜੀ, ਤਾਂ ਉਸ ਦੇ ਅਕੋਰਡਿੰਗ ਜਿਹੜਾ ਉਹ ਆਨਸਰ ਹੈ ਉਹ ਡਾਊਟ ਦੇ ਵਿੱਚ ਬਣ ਜਾਂਦਾ। ਇਸ ਤਰ੍ਹਾਂ ਦੇ ਸਵਾਲਾਂ ਨੂੰ ਜਿਹੜਾ ਹੈਗਾ ਪੇਪਰ ਦੇ ਵਿੱਚ ਨਹੀਂ ਲਿਆ ਜਾਂਦਾ। ਗੱਲ ਕਰਦੇ ਹਾਂ ਜੀ ਫਸਟ ਕਹਾਣੀ ਸੰਗ੍ਰਹਿਾਂ ਦੇ ਬਾਰੇ। ਆਪਾਂ ਉਹਨਾਂ ਦੇ ਬਾਰੇ ਕਿ ਜਿਹੜਾ ਉਹਨਾਂ ਦਾ ਕਹਾਣੀ ਸੰਗ੍ਰਹਿ ਹੈ ਜੀ ਹੰਝੂਆਂ ਦੇ ਹਾਰ, ਉਸ ਦੀ ਗੱਲ ਕਰ ਰਹੇ ਹਾਂ ਕਿ ਉਸ ਦੇ ਵਿੱਚ ਕਿਹੜੀਆਂ ਕਹਾਣੀਆਂ ਨੂੰ ਸ਼ਾਮਲ ਕੀਤਾ ਗਿਆ ਸੀ। ਇਹਦੀ ਆਪਾਂ ਗੱਲ ਕਰ ਹੀ ਚੁੱਕੇ ਹਾਂ ਜੀ। ਇਹ 1934 ਅਤੇ ਕਈ ਜਗ੍ਹਾ 1935 ਵੀ ਲਿਖਿਆ ਹੋਇਆ ਮਿਲਦਾ ਗਾ। ਇਹਦੇ ਵਿੱਚ ਜ਼ਿਆਦਾ ਡਿਟੇਲ ਦੇ ਵਿੱਚ ਨਾ ਤੁਸੀਂ ਜਾਣਾ ਜੀ। ਕਈ ਜਗ੍ਹਾ 34 ਮਿਲੇਗਾ ਤੁਹਾਨੂੰ, ਕਈ ਜਗ੍ਹਾ 35 ਮਿਲੇਗਾ। ਉਹਨਾਂ ਦੇ ਵਿੱਚ ਜਿਹੜਾ ਇਹ ਕਹਾਣੀ ਸੰਗ੍ਰਹਿ ਹੈ ਜੀ ਹੰਝੂਆਂ ਦੇ ਹਾਰ, ਇਹਦੇ ਵਿੱਚ ਕਿੰਨੀਆਂ ਕਹਾਣੀਆਂ ਜੀ ਸ਼ਾਮਲ? 8, ਠੀਕ ਹੈ। ਉਸ ਤੋਂ ਬਾਅਦ ਜੀ ਇਹ ਕਿਹੜੀਆਂ ਕਹਾਣੀਆਂ ਨੇ ਜੀ। ਫਸਟ ਦੀ ਗੱਲ ਕਰਦੇ ਹਾਂ ਜੀ, ਹਾਰ ਬਦਲੇ ਮੋਤੀ, ਠੀਕ ਹੈ ਜੀ। ਅਭਾਗੇ ਦੇ ਅਭਾਗ, ਠੀਕ ਹੈ। ਉਸ ਤੋਂ ਅੱਗੇ ਹੈ ਜੀ ਲੰਮਾ ਪੈੜਾ, ਠੀਕ ਹੈ ਜੀ। ਸੇਕੜਲੀ, ਰਿਸਮ, ਸੁਨਹਿਰੀ ਜਿਲਦ, ਇਨਾਮ, ਤਿੰਨ ਮੰਦਰ ਅਤੇ ਅਰਜੀ ਕਿਸੇ ਵੀ ਜਗ੍ਹਾ 'ਤੇ ਲਾਈ ਜਾਂਦੀ ਹੈ ਜੀ, ਜੋ ਉਸ ਅਰਜੀ ਦੀ ਗੱਲ ਕਰ ਰਹੇ ਹਾਂ ਜੀ। ਹੁਣ ਆਪਾਂ ਇਸ ਸੰਗ੍ਰਹਿ ਦੀ ਆਪਾਂ ਗੱਲ ਕਰਦੇ ਹਾਂ ਜੀ, ਵਿਸ਼ੇ ਕਿਸ ਤਰ੍ਹਾਂ ਦੇ ਨੇ। ਇਸ ਸੰਗ੍ਰਹਿ ਦੇ ਵਿੱਚ ਜਿਹੜੇ ਵੀ ਵਿਸ਼ੇ ਆਏ ਨੇ ਜੀ, ਜ਼ਿਆਦਾਤਰ ਕਹਾਣੀਆਂ ਦੀ ਗੱਲ ਕਰਦੇ ਹਾਂ ਆਪਾਂ, ਉਹ ਗਲਤ ਕਹਿ ਲਈਏ ਜੀ ਕਦਰਾਂ ਕੀਮਤਾਂ 'ਤੇ ਹੀ ਕੇਂਦਰਿਤ ਰਹੇ ਆ। ਇਨਸਾਨਾਂ ਨੂੰ ਜੋ ਪਾਤਰ ਨੇ ਉਹਨਾਂ ਨੂੰ ਕਿਸ ਤਰ੍ਹਾਂ ਦੇ ਦੁੱਖ ਝੱਲਣੇ ਪੈਂਦੇ ਨੇ, ਉਸ 'ਤੇ ਇਹ ਕੇਂਦਰਿਤ ਰਹੇ ਆ। ਉਹਨਾਂ ਨੂੰ ਪੇਸ਼ ਕਰਦੇ ਆ ਕਿ ਇਨਸਾਨ ਕਿਸ ਤਰ੍ਹਾਂ ਦੀਆਂ ਕੋਈ ਤਕਲੀਫ ਆਉਂਦੀ ਹੈ, ਉਸ ਨੂੰ ਭਾਵ ਉਹਦੀਆਂ ਗਲਤ ਕਦਰਾਂ ਕੀਮਤਾਂ, ਭਾਵ ਬੇਈਮਾਨੀ, ਚਾਹੇ ਹੋਰ ਜਿਹੜੀਆਂ ਕਦਰਾਂ ਕੀਮਤਾਂ ਨੇ ਉਹਦੇ ਕਰਕੇ ਕੀ ਹੈ। ਅਤੇ ਥੋੜ੍ਹੀ ਜਿਹੀ ਗੱਲ ਕਰਦੇ ਹਾਂ ਜੀ ਇਹਨਾਂ ਦੇ ਵਿੱਚ ਕੁਛ ਜਿਹੜੇ ਕਹਾਣੀ ਸੰਗ੍ਰਹਿ ਨੇ ਜੀ, ਕਹਾਣੀਆਂ ਸੰਗ੍ਰਹਿ ਦੇ ਵਿੱਚੋਂ ਕਹਾਣੀ ਨੇ ਜਿਵੇਂ ਅਰਜੀ, ਉਸ ਦੀ ਗੱਲ ਕਰਦੇ ਹਾਂ ਜੀ। ਕਹਾਣੀ ਦੇ ਵਿੱਚ ਲੇਖਕ ਪਿੰਡਾਂ ਦੇ ਜਿਹੜੇ ਹੈਗੇ ਨੇ ਸਾਹੂਕਾਰਾਂ ਦੁਆਰਾ ਗਰੀਬ ਅਤੇ ਅਨਪੜ੍ਹ ਕਿਸਾਨਾਂ ਨੂੰ, ਇਹਦੇ ਵਿੱਚ ਜੀ ਕਿਹੜੀ ਗੱਲ ਕਰ ਰਿਹਾ ਜੀ, ਗਰੀਬ ਅਤੇ ਅਨਪੜ੍ਹ ਜੋ ਕਿਸਾਨ ਨੇ ਜੀ, ਹੋਰ ਕੀ ਹੋ ਗਿਆ ਜੀ, ਕਿਰਤੀ, ਅਤੇ ਉਹਨਾਂ ਦੀਆਂ ਮਜਬੂਰੀਆਂ ਅਤੇ ਉਹਨਾਂ ਦੀਆਂ ਲੋੜਾਂ ਦਾ ਲਾਭ ਉਠਾ ਕੇ ਜੀ ਬੇਹਿਸਾਬੇ ਵਿਆਜ ਉੱਤੇ ਕਰਜ਼ ਦੇ ਕੇ ਲੁੱਟਣ ਦੀ ਗੱਲ ਆਖੀ ਗਈ ਆ। ਤੁਹਾਨੂੰ ਸਾਰਿਆਂ ਨੂੰ ਹੀ ਪਤਾ ਜੀ ਕਿਵੇਂ ਸਾਹੂਕਾਰ ਪੁਰਾਣੇ ਸਮੇਂ ਦੇ ਵਿੱਚ ਲੁੱਟਦੇ ਸੀਗੇ ਜੀ। ਵੱਧ ਤੋਂ ਵੱਧ ਵਿਆਜ, ਜੋ ਵਿਆਜ ਲਾਉਂਦੇ ਸੀਗੇ ਜੀ, ਉਹਦੀ ਦਰ ਬਹੁਤ ਜ਼ਿਆਦਾ ਹੁੰਦੀ ਸੀਗੀ। ਉਹ ਵਿਆਜ ਦੇ ਵਿੱਚ ਘਪਲੇਬਾਜ਼ੀ ਕਰਦੇ ਸੀ, ਕਿਉਂਕਿ ਜਿਹੜੇ ਕਿਸਾਨ ਗੱਲ ਕਰ ਗਏ ਜੀ ਅਨਪੜ੍ਹ, ਪੁਰਾਣੇ ਸਮੇਂ ਦੀ ਗੱਲ ਕਰ ਰਹੇ ਹਾਂ ਜੀ ਆਪਾਂ,
ਤਾਂ ਉਹ ਗਰੀਬ ਅਤੇ ਅਨਪੜ੍ਹ ਸੀ, ਇੱਕ ਬੇਵੱਸ ਹੋ ਜਾਂਦੇ ਸੀਗੇ ਜੀ। ਹੋਰ ਉਹਨਾਂ ਤੋਂ ਪੈਸਾ ਕਿਤੋਂ ਮਿਲਦਾ ਨਹੀਂ ਸੀ, ਅੱਜ ਕੱਲ੍ਹ ਤਾਂ ਬੈਂਕਾਂ ਤੋਂ ਹੀ ਮਿਲ ਜਾਂਦਾ, ਉਹ ਸਮੱਸਿਆ ਵੀ ਰਹੀ ਹੈ। ਇਸੇ ਕਰਕੇ ਉਹਨਾਂ ਨੂੰ ਕਿਹਦੇ 'ਤੇ ਨਿਰਭਰ ਰਹਿਣਾ ਪੈਂਦਾ ਸੀ? ਸਾਹੂਕਾਰ 'ਤੇ। ਅਤੇ ਉਹ ਕਿਰਤੀ ਨੇ, ਭਾਵ ਜੋ ਕਿਰਤ ਕਰਨ ਵਾਲੇ ਨੇ, ਉਹਨਾਂ ਨੂੰ ਵੀ ਉਹਨਾਂ ਦੀਆਂ ਮਜਬੂਰੀਆਂ ਨੂੰ ਫਾਇਦਾ ਉਠਾਉਂਦੇ ਸੀ। ਉਹ ਉਹਨਾਂ ਦੀਆਂ ਲੋੜਾਂ ਭਾਵ ਆਪਦੇ ਕੰਮ ਵੀ ਲੈਂਦੇ ਸੀ ਉਹਨਾਂ ਤੋਂ ਨਜਾਇਜ਼, ਭਾਵ ਲਾਭ ਉਠਾ ਕੇ ਜਿਹੜਾ ਹੈ ਵਿਆਜ ਵੀ, ਫਿਰ ਨਾਲੇ ਤਾਂ ਲਾਭ ਵੀ ਉਠਾ ਲਿਆ, ਫਿਰ ਉਹਨਾਂ ਤੋਂ ਵਿਆਜ ਵੀ ਹੈ ਜਿਹੜਾ ਉਹ ਫਿਰ ਵੀ ਜ਼ਿਆਦਾ ਲੈ ਰਹੇ ਆ। ਠੀਕ ਹੈ, ਅਤੇ ਇਸ ਤਰੀਕੇ ਦੀ ਜਿਹੜੀ ਪੇਸ਼ਕਾਰੀ ਆ ਆਪਾਂ ਨੂੰ ਕਿਹੜੀ ਕਹਾਣੀ ਦੇ ਵਿੱਚ ਪੇਸ਼ ਮਿਲਦੀ ਹੈ ਜੀ? ਅਰਜੀ ਦੇ ਵਿੱਚ। ਛੇਕੜ ਦੀ ਰਸਮ ਦੇ ਵਿੱਚ ਕਹਾਣੀ ਦੇ ਵਿੱਚ ਜੀ ਉਹਨਾਂ ਨੇ ਕੀ ਕੀਤਾ, ਲੇਖਕ ਨੇ ਜੀ ਕੀ ਕੀਤਾ, ਵੇਸ਼ਵਾ ਦੇ ਜੀਵਨ ਨੂੰ ਕਹਿ ਲਈਏ ਜੀ, ਉਹਨੂੰ ਵੱਖ-ਵੱਖ ਪੱਖਾਂ ਤੋਂ ਪਾਠਕਾਂ ਦੇ ਸਾਹਮਣੇ ਪੇਸ਼ ਕੀਤਾ। ਠੀਕ ਹੈ ਜੀ, ਇੱਕ ਵੇਸ਼ਵਾ ਹੈਗੀ ਹੈ ਤਾਂ ਉਹਦੇ ਜਿਹੜੇ ਜੀਵਨ ਦੇ ਵੱਖ-ਵੱਖ ਪੱਖ ਨੇ ਜੀ, ਪਹਿਲੂਆਂ ਨੇ, ਉਹਦੇ ਤਕਲੀਫਾਂ ਨੇ। ਠੀਕ ਹੈ ਜੀ, ਸਮਾਜ ਦੀਆਂ ਗਲਤ, ਝੂਠੀਆਂ, ਥੋਥਲੀਆਂ ਕਦਰਾਂ ਕੀਮਤਾਂ ਦਾ ਕਹਿ ਲਓ ਜੀ ਉਹਨੇ ਪਰਦਾਫਾਸ਼ ਕੀਤਾ ਕਿ ਕਿਵੇਂ ਸਮਾਜ ਉਹ 'ਤੇ ਜ਼ੁਲਮ ਕਰਦਾ ਹੈਗਾ। ਠੀਕ ਹੈ ਜੀ, ਗਲਤ ਜਿਹੜੀਆਂ ਕਹਿ ਲਓ ਜੀ ਫਹਿਮੀਆਂ ਨੇ, ਭਾਵ ਗਲਤ ਕਦਰਾਂ ਕੀਮਤਾਂ ਨੂੰ ਫੜੀ ਬੈਠਾ, ਥੋਥਲੀਆਂ ਨੇ ਜੋ, ਜਿਨ੍ਹਾਂ ਦਾ ਅੱਜ ਕੱਲ੍ਹ ਉਹਦਾ ਕੋਈ ਮੁੱਲ ਨਹੀਂ ਹੈ, ਭਾਵ ਇੱਕ ਇਨਸਾਨ ਦੀ ਕੀਮਤ ਨਹੀਂ ਹੈ, ਕਦਰਾਂ ਕੀਮਤਾਂ ਦੇ ਨਾਲ ਇਕੱਲੇ ਜੁੜੇ ਬੈਠੇ ਆ, ਉਸ ਚੀਜ਼ 'ਤੇ ਉਹ ਬਿਆਨ ਕਰ ਰਹੇ ਆ। ਗੱਲ ਕਰਦੇ ਹਾਂ ਜੀ ਅਗਲੇ ਕਹਾਣੀ ਸੰਗ੍ਰਹਿ ਦੀ, ਹੰਝੂਆਂ ਦੇ ਹਾਰ ਦੀ। ਹੰਝੂਆਂ ਦਾ ਹਾਰ ਜੀ 1936 ਦੇ ਵਿੱਚ ਪ੍ਰਕਾਸ਼ਿਤ ਹੁੰਦਾ ਅਤੇ ਇਹਦੇ ਵਿੱਚ 9 ਕਹਾਣੀਆਂ ਨੂੰ ਰੱਖਿਆ ਗਿਆ। ਕਿੰਨੀਆਂ ਕਹਾਣੀਆਂ ਜੀ? 9। ਰੱਖੜੀ ਕਹਾਣੀ, ਲੇਖਕ ਮਾਂ ਦੀ ਦੌਲਤ, ਨਾ ਮਿਲਵਰਤਨ, ਉਹ ਤੁਸੀਂ ਦੇਖਿਆ ਜੀ, ਨਾ ਮਿਲਵਰਤਨ ਲਹਿਰ ਚੱਲੀ ਹੈ ਜੀ, ਉਸ ਤੋਂ ਪ੍ਰੇਰਿਤ ਹੋ ਕੇ। ਗਰੀਬ ਮਾਰ, ਕਵੀ ਦੀ ਵਿਸਾਖੀ। ਠੀਕ ਹੈ ਜੀ, ਉੱਚਾ ਨੱਕ, ਉਪਕਾਰੀ, ਪਹਾੜ ਦੇ ਨਾਲ ਮੱਥਾ। ਇਹ ਉਹਨਾਂ ਦੇ 9 ਕਹਾਣੀ ਸੰਗ੍ਰਹਿ ਨੇ ਜੀ, ਜਿਨ੍ਹਾਂ ਨੂੰ ਉਹ ਇਸ ਕਿਹੜੇ ਸਦਰਾਂ ਦੇ ਹਾਰ ਦੇ ਵਿੱਚ ਸ਼ਾਮਲ ਕੀਤਾ ਗਿਆ। ਇਹਨਾਂ ਕਹਾਣੀਆਂ ਦਾ ਵਿਸ਼ਾ ਕੀ ਹੈ? ਅਲੱਗ-ਅਲੱਗ ਰੱਖਿਆ ਜੀ। ਅੱਗੇ ਤਾਂ ਜਿਵੇਂ ਪਹਿਲਾਂ ਇੱਕ ਵਿਸ਼ੇ ਨਾਲ ਪ੍ਰੇਰਿਤ ਸੀ, ਭਾਵ ਇੱਕ ਤਰ੍ਹਾਂ ਦਾ ਹੀ ਵਿਸ਼ਾ ਪੇਸ਼ ਕੀਤਾ ਸੀ ਉਹਨਾਂ ਨੇ ਕਹਾਣੀ ਸੰਗ੍ਰਹਿ ਦੇ ਵਿੱਚ, ਬਟ ਇੱਥੇ ਆ ਕੇ ਕੀ ਹੈ, ਹਰ ਇੱਕ ਕਹਾਣੀ ਦੇ ਵਿੱਚ ਕੀ ਹੋ ਗਿਆ, ਵੱਖਰਾ ਵਿਸ਼ਾ ਰੱਖਤਾ ਸੰਗ੍ਰਹਿ ਦੇ ਵਿੱਚ। ਹਰ ਇੱਕ ਕਹਾਣੀ ਦਾ ਵਿਸ਼ਾ, ਮਿਲਵਰਤਨ ਦਾ ਅਲੱਗ ਹੈ ਜੀ, ਜਿਵੇਂ ਆਪਾਂ ਗੱਲ ਕਰਦੇ ਹਾਂ। ਕਵੀ ਦੀ ਵਿਸਾਖੀ, ਉਹਦਾ ਅਲੱਗ ਹੈ ਜੀ। ਉੱਚਾ ਨੱਕ ਇੱਕ ਕਦਰਾਂ ਕੀਮਤਾਂ ਨਾਲ ਸੰਬੰਧਿਤ ਹੈ। ਇਸ ਤਰ੍ਹਾਂ ਦੇ ਵਿਸ਼ੇ ਜਿਹੜੇ ਉਹਨਾਂ ਨੇ ਪੇਸ਼ ਕੀਤੇ ਆ। ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਜੀ ਕਹਾਣੀ ਜਿਹੜਾ ਗਰੀਬ ਮਾਰ, ਉਹਦੀ ਗੱਲ ਕੀਤੀ ਹੋਈ ਹੈ ਕਿ ਪੂੰਜੀਪਤੀ ਦੁਆਰਾ, ਗਰੀਬ ਮਾਰ ਸਿੱਧਾ ਹੀ ਉਹਦਾ ਕਿ ਗਰੀਬ ਨੂੰ ਕਿਸ ਤਰ੍ਹਾਂ ਪੂੰਜੀਪਤੀ ਵਰਗ ਮਾਰ ਰਿਹਾ ਸੀ। ਗਰੀਬ ਨੂੰ ਜਿਹੜਾ ਪੂੰਜੀਪਤੀ ਆ ਦੁਆਰਾ ਕਹਿ ਲਓ ਜੀ, ਗਰੀਬਾਂ ਅਤੇ ਮਜ਼ਲੂਮਾਂ ਦੀ ਜੋ ਲੁੱਟ ਖਸੁੱਟ ਕਰਦੇ ਸੀਗੇ ਜੀ, ਉਹਨਾਂ 'ਤੇ ਕੀਤੇ ਜਾਂਦੇ ਜ਼ੁਲਮਾਂ ਨੂੰ ਕਹਾਣੀ ਦੇ ਵਿੱਚ ਪੇਸ਼ ਕੀਤਾ ਜੀ। ਤੁਹਾਨੂੰ ਸਾਰਿਆਂ ਨੂੰ ਪਤਾ ਜੀ ਕਿ ਗਰੀਬ 'ਤੇ ਜਿਹੜਾ ਹੈਗਾ ਸੀ ਪੂੰਜੀਪਤੀ ਵਰਗ ਹੈ ਜਿਹੜਾ, ਹਮੇਸ਼ਾ ਹੀ ਭਾਰੂ ਰਿਹਾ ਗਾ, ਉਹਦੀ ਸ਼ੋਸ਼ਣ ਕਰਦਾ ਰਿਹਾ ਗਾ, ਭਾਵ ਉਹਦੀਆਂ ਆਪਦੀਆਂ ਲੋੜਾਂ ਨੂੰ ਪੂਰਤੀ ਲਈ ਉਹ ਹਮੇਸ਼ਾ ਹੀ ਚਾਹੁੰਦਾ ਕਿ ਉਹ ਜਿਹੜਾ ਗਰੀਬ ਵਰਗ ਨੂੰ ਦਬਾ ਕੇ ਰੱਖੇ। ਅੱਜ ਵੀ ਦਬਾ ਕੇ ਰੱਖ ਰਿਹਾ ਹੈਗਾ ਪੂੰਜੀਪਤੀ ਵਰਗ। ਜਿਵੇਂ ਤੁਸੀਂ ਐਗਜ਼ਾਮਪਲ ਲੈ ਰਹੇ ਹੋ ਜੀ ਕਿਸਾਨ ਧਰਨੇ ਦੀ। ਠੀਕ ਹੈ, ਉਹ ਜਿਹੜਾ ਗਰੀਬ ਲੋਕਾਂ ਨੂੰ ਨਹੀਂ ਉਹ ਚਾਹੁੰਦੇ ਵੀ ਉੱਪਰ ਉੱਠਣ, ਉਹ ਆਪਦੇ ਹੱਕਾਂ ਦੀ ਗੱਲ ਕਰਨ, ਆਪਦੇ ਜੋ ਭਾਵ ਜੀਵਨ ਦੇ ਵਿੱਚ ਉੱਪਰ ਜਾਣ, ਕਿਉਂਕਿ ਉਹ ਕਹਿੰਦੇ ਹਮੇਸ਼ਾ ਹੀ ਸਾਡੇ 'ਤੇ ਡਿਪੈਂਡ ਰਹਿਣ, ਹਰ ਇੱਕ ਚੀਜ਼ ਸਾਡੇ ਤੋਂ ਹੀ ਲੈਣ, ਭਾਵ ਇੱਕ ਗੁਲਾਮ ਦੀ ਤਰ੍ਹਾਂ ਰੱਖਣਾ ਚਾਹੁੰਦੇ ਆ ਉਹ। ਤਾਂ ਉਸ ਚੀਜ਼ 'ਤੇ ਇਹ ਗੱਲ ਕੀਤੀ ਗਈ ਹੈ। ਗਰੀਬ ਮਾਰ ਕਿਸ ਤਰ੍ਹਾਂ ਕਰ ਰਹੇ ਨੇ ਜੀ, ਪੂੰਜੀਪਤੀ ਵਰਗ ਕਿਵੇਂ ਉਹਨਾਂ ਦੀ ਲੁੱਟ ਕਰ ਰਹੇ ਨੇ, ਉਸ ਦੀ ਵਿਚਾਰ ਚਰਚਾ ਕਰਦੀ ਹੈ। ਰੱਖੜੀ ਜੀ ਅਗਲੀ ਕਹਾਣੀ ਹੈਗੀ ਹੈ, ਜਿਸ ਦੇ ਵਿੱਚ ਭੈਣ ਭਰਾ ਦੇ ਜਿਹੜਾ ਹੈਗਾ ਰਿਸ਼ਤਾ ਜੀ, ਠੀਕ ਹੈ ਜੀ, ਸੱਚਾ ਸੁੱਚਾ ਰਿਸ਼ਤਾ, ਉਸ ਨੂੰ ਕਹਿ ਦਿਓ ਜੀ ਪੇਸ਼ ਕੀਤਾ ਉਹਨੇ। ਠੀਕ ਹੈ, ਕਿ ਉਹਨੂੰ ਪੇਸ਼ ਕੀਤਾ ਗਾ ਕਿ ਉਸ ਦੇ ਵਿੱਚ ਕਿਵੇਂ ਜੋ ਕਹਿ ਲਓ ਜੀ ਇੱਕ ਭੈਣ ਭਰਾ ਦੇ ਰਿਸ਼ਤੇ ਨੇ, ਕਿਵੇਂ ਉਹਨਾਂ ਦੇ ਵਿੱਚ ਪਵਿੱਤਰਤਾ, ਭਾਵ ਕਹਿ ਲਓ ਜੀ ਪਿਆਰ ਹੈਗਾ ਜੀ, ਉਹਨਾਂ ਦੇ ਲਈ ਆਪਸ ਵਿੱਚ ਜੋ ਭਾਈਚਾਰਾ ਹੈਗਾ, ਉਸ ਦੀ ਪੇਸ਼ਕਾਰੀ ਇਹਨੇ ਇਸ ਕਹਿ ਲਓ ਜੀ ਕਹਾਣੀ ਦੇ ਵਿੱਚ ਕੀਤੀ ਹੈ। ਇਹ ਰੱਖੜੀ ਹੈ ਜੀ ਕਹਾਣੀ ਸੰਗ੍ਰਹਿ ਦੀ ਗੱਲ ਕਰਦੇ ਹਾਂ ਜੀ ਆਪਾਂ। ਮਿੱਧੇ ਹੋਏ ਫੁੱਲ ਜਿਹੜਾ 1938 ਦੇ ਵਿੱਚ ਪ੍ਰਕਾਸ਼ਿਤ ਹੋਇਆ। ਇਸ ਦੇ ਵਿੱਚ ਕਿੰਨੀਆਂ ਕਹਾਣੀਆਂ ਨੂੰ ਰੱਖਿਆ ਗਿਆ? 7 ਨੂੰ। ਠੀਕ ਹੈ, 7 ਕਹਾਣੀਆਂ ਨੂੰ ਰੱਖਿਆ ਗਿਆ। ਮਿੱਧੇ ਹੋਏ ਫੁੱਲ ਕਹਾਣੀ ਦਾ ਸੰਗ੍ਰਹਿ ਦਾ ਨਾਮ ਹੀ ਹੈ, ਤਾਂ ਕਹਾਣੀ ਵੀ ਹੋਏਗੀ ਮਿੱਧੇ ਹੋਏ ਫੁੱਲ। ਉਹਦੇ ਵਿੱਚ ਇਹ ਗੱਲ ਯਾਦ ਰੱਖਿਓ ਜੀ, ਜਿਹੜਾ ਵੀ ਕਹਾਣੀ ਸੰਗ੍ਰਹਿ ਹੈ ਉਹਦਾ ਜਿਹੜਾ ਨਾਮ ਹੈ, ਟਾਈਟਲ, ਉਹਦੇ ਵਿੱਚ ਉਹ ਕਹਾਣੀ ਜ਼ਰੂਰ ਹੋਏਗੀ। ਜੇ ਮਿੱਧੇ ਹੋਏ ਫੁੱਲ ਆ ਤਾਂ ਇਹਦੇ ਵਿੱਚ ਇਹ ਕਹਾਣੀ ਜ਼ਰੂਰ ਹੋਏਗੀ। ਠੀਕ ਹੈ, ਇੱਕ ਹੋ ਗਏ, ਬਾਕੀ 6 ਬਚ ਗਈਆਂ। ਹਨੇਰਾ ਸਨ, ਠੀਕ ਹੈ ਜੀ, ਕੱਲੋ
ਕੱਲੋ ਕਹਾਣੀ ਆਪਾਂ ਜਿਹੜੀ 9th ਦੇ ਵਿੱਚ 10th ਦੇ ਵਿੱਚ ਪੜ੍ਹਦੇ ਹਾਂ ਆਪਾਂ, ਠੀਕ ਹੈ ਜੀ। ਇਹ ਕਹਿੰਦੇ ਜੀ ਮੇਰੀ ਆਪ ਬੀਤੀ ਜੋ ਬੁੱਕ ਹੈ, ਠੀਕ ਹੈ, ਉਹਦੇ ਵਿੱਚੋਂ ਲਈ ਗਈ ਹੈ। ਰੱਬ ਆਪਣੇ ਅਸਲੀ ਰੂਪ ਵਿੱਚ, ਬਹੁਤ ਸਾਰਿਆਂ ਨੇ ਪੜ੍ਹੀ ਹੋਊਗੀ ਜੀ ਇਹ ਕਹਾਣੀ, ਰੱਬ ਆਪਣੇ ਅਸਲੀ ਰੂਪ ਵਿੱਚ, ਅਤੇ ਉਹਦੀ ਬਾਰੇ ਗੱਲ ਕੀਤੀ ਹੋਈ ਹੈ। ਵੱਡਾ ਡਾਕਟਰ, ਇਹ ਵੀ ਕਾਫੀ ਜਣਿਆਂ ਨੇ ਪੜ੍ਹੀ ਹੋਏਗੀ ਜੀ। ਭਾਬੀ ਅਤੇ ਮੋਤੀ ਨੂੰ ਮੁਲੰਮਾ, ਇਹ ਉਹਨਾਂ ਦੇ 7 ਕਹਿ ਲਓ ਜੀ ਕਹਾਣੀ ਸੰਗ੍ਰਹਿ ਨੇ ਜੋ ਵੱਖ-ਵੱਖ ਵਿਸ਼ਿਆਂ ਦੇ ਨਾਲ ਸੰਬੰਧਿਤ ਨੇ। ਉਹਦੇ ਵਿੱਚ ਵੱਖ ਵਿਸ਼ੇ ਕਹਿ ਲਓ ਜੀ ਕਹਾਣੀ ਸੰਗ੍ਰਹਿਾਂ ਦੇ ਨਾਮ ਨੇ, ਵਿਸ਼ੇ ਅਲੱਗ-ਅਲੱਗ ਨੇ, ਉਹਨਾਂ ਦੀ ਗੱਲ ਕਰਦੇ ਹਾਂ ਜੀ। ਕਿਹੜੇ-ਕਿਹੜੇ ਵਿਸ਼ੇ ਕੀਤੇ ਨੇ ਜੀ ਇਹਦੇ ਵਿੱਚ ਕਹਾਣੀ ਸੰਗ੍ਰਹਿ ਦੇ ਵਿੱਚ ਪੇਸ਼। ਉਹਦੀ ਭੂਮਿਕਾ ਦੇ ਵਿੱਚ ਹੀ ਲੇਖਕ ਕਹਿ ਦਿੰਦਾ ਜੀ, ਠੀਕ ਹੈ ਜੀ। ਲੇਖ ਨੇ ਪਖੰਡੀ ਆਗੂਆਂ ਨੂੰ ਜਿਹੜੀ ਹੈਗੀ ਆ ਘ੍ਰਿਣਾ ਦਿਖਾਈ ਹੈ, ਜੋ ਭਾਵ ਪਖੰਡੀ ਆਗੂ ਹੁੰਦੇ ਆ ਜੀ, ਭਾਵ ਸਮਾਜ ਦੇ, ਭਾਵ ਕਹਿ ਲਓ ਜੀ ਸਮਾਜ ਦੀ ਪੇਸ਼ਕਾਰੀ ਕਰ ਰਹੇ ਆ, ਪਖੰਡ ਵੀ ਦਿਖਾ ਰਹੇ ਨੇ, ਉਹਨਾਂ ਨੂੰ ਕਹਿ ਲਓ ਜੀ ਘ੍ਰਿਣਾ ਦਿਖਾਈ ਹੈ, ਭਾਵ ਉਹਨਾਂ ਨੂੰ ਤਿਰਸਕਾਰ ਕੀਤਾ ਹੋਇਆ ਗਾ ਕਿ ਉਹ ਪਖੰਡ ਨਾ ਕਰਨ, ਠੀਕ ਹੈ ਜੀ। ਉਹ ਕਹਿ ਲਓ ਜੀ ਉਹ ਜਿਨ੍ਹਾਂ ਦਾ ਪੇਸ਼ਾ ਪੋਥੀਆਂ ਵਾਹ ਕੇ ਦੁਨੀਆ ਨੂੰ ਲੁੱਟਣਾ ਹੈਗਾ, ਕਿ ਜਿਹੜੀਆਂ ਪੋਥੀਆਂ ਪੜ੍ਹ ਕੇ ਜੀ ਲੋਕਾਂ ਨੂੰ ਗਲਤ ਤਰੀਕੇ ਨਾਲ, ਆਪਦੇ ਤਰੀਕੇ ਨਾਲ ਉਹਨਾਂ ਦੀ ਵਿਆਖਿਆ ਕਰਕੇ ਆਪਣੀ ਲੁੱਟ ਕਰ ਰਹੇ ਨੇ ਜੀ, ਆਪਣੇ ਢਿੱਡ ਭਰ ਰਹੇ ਨੇ, ਅਤੇ ਲੋਕਾਂ ਨੂੰ ਜਿਹੜਾ ਉਹ ਕੀ ਕਰ ਰਹੇ ਆ, ਲੁੱਟ ਰਹੇ ਨੇ ਆਪਦੇ ਤਰੀਕੇ ਨਾਲ। ਉਹ ਵਿਆਖਿਆ ਕਰਕੇ ਪੋਥੀਆਂ ਨੂੰ ਪੜ੍ਹ ਕੇ ਉਹਨਾਂ 'ਤੇ ਵਿਅੰਗ ਕਰਦਾ ਗਾ। ਲੜਾਈ ਦੇ ਨਵੇਂ ਜੋ ਕਹਿ ਲਓ ਜੀ ਮੁੱਢ ਨੇ ਉਹਨਾਂ ਨੂੰ ਬਣਦਾ ਗਾ, ਭਾਵ ਦੁਨੀਆ ਜਿਵੇਂ ਕਹਿ ਲਓ ਜੀ ਪੋਥੀਆਂ ਪੜ੍ਹ ਕੇ ਜੋ ਦੁਨੀਆ ਦੀ ਲੁੱਟ ਖਸੁੱਟ ਕਰਦੇ ਨੇ ਜੀ ਅਲੱਗ-ਅਲੱਗ ਤਰੀਕੇ ਨਾਲ। ਉਹ ਲੜਾਈਆਂ ਦੇ ਨਵੇਂ ਤਰੀਕੇ ਨੇ ਜੀ, ਕਿਸ ਤਰੀਕੇ ਨਾਲ ਹੁੰਦੀ ਹੈ ਜੀ, ਉਹਨਾਂ ਨੂੰ ਪੇਸ਼ ਕਰਦਾ ਗਾ, ਜਿਨ੍ਹਾਂ ਦੀ ਕਿਰਪਾ ਦੇ ਨਾਲ ਜਿਹੜਾ ਭਾਰਤ ਦੇ ਹਜ਼ਾਰਾਂ ਘਰ ਬਰਬਾਦ ਹੋ ਰਹੇ ਨੇ, ਠੀਕ ਹੈ ਜੀ। ਅਤੇ ਇਹ ਸਾਰਿਆਂ ਦੀ ਉਹ ਜੋ ਲੁੱਟ ਖਸੁੱਟ ਹੋ ਰਹੀ ਹੈ ਜੀ, ਠੀਕ ਹੈ, ਉਸ ਦੀ ਉਹ ਪੇਸ਼ਕਾਰੀ ਇਸ ਕਹਾਣੀ ਦੇ ਵਿੱਚ, ਕਹਾਣੀ ਸੰਗ੍ਰਹਿਾਂ ਦੇ ਵਿੱਚ ਕੋਸ਼ਿਸ਼ ਕਰਦਾ ਕਿ ਇਹਨਾਂ ਕਹਾਣੀ ਸੰਗ੍ਰਹਿਾਂ ਦੇ ਵਿੱਚ ਪੇਸ਼ ਕਰ ਸਕੇ। ਹੁਣ ਆਪਾਂ ਗੱਲ ਕਰਦੇ ਹਾਂ ਜੀ ਜਿਹੜਾ ਇਹ ਕਹਾਣੀ ਸੰਗ੍ਰਹਿ ਹੈ, ਇਸ ਦੇ ਵਿੱਚ ਕਿਹੜੀ ਕਹਾਣੀਆਂ ਨੇ, ਕੁਛ ਜਿਨ੍ਹਾਂ ਦੀ, ਜਿਵੇਂ ਭਾਬੀ ਹੈ ਜੀ, ਉਹ ਕਹਾਣੀ ਦੀ ਆਪਾਂ ਗੱਲ ਕਰਦੇ ਹਾਂ ਜੀ। ਇਹਦੇ ਵਿੱਚ ਦੇਸ਼ ਭਗਤੀ ਦਾ ਜਜ਼ਬਾ ਪੇਸ਼ ਕੀਤਾ ਗਾ, ਕਿ ਕਿਵੇਂ ਦੇਸ਼ ਭਗਤੀ ਹੈ ਉਸ ਨੂੰ ਪੇਸ਼ ਕੀਤਾ ਗਿਆ, ਅਤੇ ਨਾਲ ਦੀ ਨਾਲ ਕੀ ਦਿਖਾਇਆ ਉਹਨਾਂ ਨੇ, ਅਣਜੋੜ ਵਿਆਹ ਦੀ ਜੋ ਹੋਣ ਵਾਲੀ ਹੈ ਸਮੱਸਿਆਵਾਂ ਨੇ, ਕਹਿ ਲਓ ਜੀ ਇੱਕ ਤਰੀਕੇ ਨਾਲ ਸੰਤੁਸ਼ਟੀ ਨਹੀਂ ਹੁੰਦੀ, ਉਹ ਚੀਜ਼ ਨੂੰ ਪੇਸ਼ ਕੀਤਾ ਜੀ। ਅਣਜੋੜ ਵਿਆਹ ਹੋ ਗਿਆ ਜੀ ਇੱਕ, ਉਹ ਜਿਹੜੀਆਂ ਸਮੱਸਿਆਵਾਂ ਨੇ, ਭਾਵ ਸੰਤੁਸ਼ਟੀ ਨਹੀਂ ਹੋਣਾ, ਠੀਕ ਹੈ, ਜੋ ਸਮਾਜ ਦੇ ਕਹਿ ਲਓ ਵਿਆਹ ਤੋਂ, ਅਣਜੋੜ ਵਿਆਹ ਦੇ ਰਿਸ਼ਤੇ ਨੂੰ ਨਹੀਂ ਮੰਨਣਾ, ਇਹ ਤਰੀਕੇ ਨਾਲ ਸਮਝ ਸਕਦੇ ਹੋ ਤੁਸੀਂ ਕਿ ਉਹ ਜਿਹੜੇ ਵਿਆਹ ਦੇ ਅਣਜੋੜ ਵਿਆਹ ਕੀਤਾ ਜਾਂਦਾ ਧੱਕੇ ਨਾਲ, ਉਸ ਤੋਂ ਖੁਸ਼ ਨਹੀਂ ਆ। ਉਸ ਚੀਜ਼ ਦੇ ਪੱਖ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਸਮਾਜ ਦੇ ਠੇਕੇਦਾਰਾਂ ਨੂੰ ਕੀ ਕੀਤਾ ਗਾ, ਚੇਤਨ ਕੀਤਾ ਗਾ। ਕਹਾਣੀ ਕਾਹਦੇ ਨਾਲ ਜੀ, ਦੇਸ਼ ਭਗਤੀ ਦੀ ਗੱਲ ਕਰ ਰਹੀ ਹੈ, ਅਤੇ ਨਾਲ ਦੀ ਨਾਲ ਕੀ ਅਣਜੋੜ ਵਿਆਹ ਦੀ ਸਮੱਸਿਆ ਹੁੰਦੀ ਹੈ, ਜਿਸ ਦੇ ਨਾਲ ਬਹੁਤ ਜ਼ਿਆਦਾ ਲੋਕ ਸਹਿਮਤ ਨਹੀਂ ਆ, ਉਸ ਪੱਖ ਤੋਂ ਇਸ ਨੂੰ ਲਿਆ ਗਿਆ ਗਾ। ਰੱਬ ਆਪਣੇ ਅਸਲੀ ਰੂਪ ਵਿੱਚ, ਬਹੁਤ ਸਾਰਿਆਂ ਨੇ ਪੜ੍ਹੀ ਹੋਏਗੀ ਜੀ। ਇਸ ਕਹਾਣੀ ਵਿੱਚ ਹਿੰਦੂ ਮੁਸਲਮਾਨ ਜੋ ਤਿਉਹਾਰ ਇਕੱਠੇ ਮਨਾਉਂਦੇ ਨੇ ਜੀ, ਉਹਨਾਂ ਦੇ ਵੱਲ ਸੰਕੇਤ ਕੀਤਾ ਗਿਆ ਜੀ। ਦੋਹਾਂ ਹੀ ਕਹਿੰਦੇ ਆ ਜੀ ਮਜ਼ਹਬਾਂ ਦੇ ਜੋ ਧਰਮਾਂ ਦੇ ਲੋਕ ਨੇ, ਠੀਕ ਹੈ ਜੀ, ਇਕੱਠੇ ਹੋ ਕੇ ਦੇਖਣਾ ਚਾਹੁੰਦੇ ਆ। ਦੋਵੇਂ ਹੀ ਜਿਹੜੇ ਧਰਮ ਨੇ ਆਪਣੇ ਹੱਕਾਂ ਉੱਤੇ ਅੜ ਖਲੋਤੇ ਹੋਏ ਨੇ। ਕਹਾਣੀ ਦੇ ਵਿੱਚ ਆਪਾਂ ਦੇਖਦੇ ਹਾਂ ਕਿ ਇੱਕ ਨਿੱਕੀ ਜਿਹੀ ਘਟਨਾ, ਲੋਕ ਮੇਰਾ ਸਵਰਗ ਲੁੱਟਿਆ ਗਿਆ, ਨਾਲ ਮੌਲਵੀ ਦਾ ਦਿਲ ਪਸੀਜ ਜਾਂਦਾ ਹੈਗਾ, ਅਤੇ ਉਹ ਜਿਹੜਾ ਹੈਗਾ ਦੋਹਾਂ ਧਰਮਾਂ ਨੂੰ ਕਹਿੰਦੇ ਜੀ ਦੁਸਹਿਰਾ, ਅਤੇ ਕਹਿ ਲਓ ਜੀ ਮੁਸਲਮਾਨਾਂ ਦਾ ਤਿਉਹਾਰ ਕਿਹੜਾ ਜੀ ਮੁਹਰਮ, ਅਤੇ ਉਹ ਕਿਹੜਾ ਭੇਦਭਾਵ ਨੂੰ ਮਿਟਾ ਦਿੰਦਾ ਗਾ, ਉਹ ਭੇਦਭਾਵ ਨਹੀਂ ਰਹਿਣ ਦਿੰਦਾ, ਅਤੇ ਉਹਨਾਂ ਸਾਰਿਆਂ ਨੂੰ, ਦੋਨਾਂ ਧਰਮਾਂ ਨੂੰ ਇਕੱਠੇ ਕਰਨ ਦੇ ਲਈ ਇੱਕ ਕਹਿ ਲਓ ਜੀ ਇੱਕ ਮੋਟੀਵੇਸ਼ਨ ਦਿੰਦਾ ਕਿ ਉਹ ਦੋਨੇ ਧਰਮ ਇਕੱਠੇ ਹੋ ਕੇ ਮਨਾਉਣ ਜੀ ਦੁਸਹਿਰਾ ਅਤੇ ਮੁਹਰਮ। ਉਹ ਜੋ ਮੁਸਲਮਾਨ ਧਰਮ ਨਾਲ ਉਹਨਾਂ ਦਾ ਉਸੇ ਦਿਨਾਂ ਦੇ ਵਿੱਚ ਆਉਂਦਾ ਗਾ ਤਿਉਹਾਰ, ਉਸ ਦੀ ਗੱਲ ਕੀਤੀ ਹੋਈ ਹੈ, ਠੀਕ ਹੈ। ਰੱਬ ਆਪਣੇ ਅਸਲੀ ਰੂਪ ਵਿੱਚ ਉਹ ਗੱਲ ਕੀਤੀ ਹੋਈ ਹੈ। ਇਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਜੀ ਅਗਲੇ ਕਹਾਣੀ ਸੰਗ੍ਰਹਿ ਦੀ, ਠੀਕ ਹੈ, ਕਿਹੜਾ ਜੀ ਠੰਡੀਆਂ ਛਾਵਾਂ, ਜਿਹੜਾ ਪ੍ਰਕਾਸ਼ਿਤ ਹੁੰਦਾ ਜੀ 1940 ਦੇ ਵਿੱਚ। ਇਸ ਦੇ ਵਿੱਚ 8 ਕਹਾਣੀਆਂ ਨੂੰ ਕਿਹੜਾ ਸ਼ਾਮਲ ਕੀਤਾ ਗਿਆ। ਯਾਦਾਂ ਭੂਆ
ਭੂਆ ਅਸੀਂ ਆਪਾਂ ਬਹੁਤ ਸਾਰਿਆਂ ਨੇ ਤੁਸੀਂ ਦੇਖਿਆ ਹੀ ਹੋਏਗਾ, ਅਲੱਗ ਤੌਰ 'ਤੇ ਕਹਾਣੀ ਵੀ ਆ ਜਾਂਦੀ ਹੈ ਅਤੇ ਇਸ ਕਹਾਣੀ ਸੰਗ੍ਰਹਿ ਦੇ ਵਿੱਚ ਵੀ ਉਹਨੂੰ ਸ਼ਾਮਲ ਕੀਤਾ ਗਿਆ। ਕਾਇਆ ਕਲਪ, ਹੇਰ ਫੇਰ, ਰੱਖੜੀ, ਠੀਕ ਹੈ ਜੀ, ਵਿਸ਼ਵਾਸਘਾਤ, ਉਸ ਤੋਂ ਇਲਾਵਾ ਜੀ ਤਾਸ਼ ਦੀ ਆਦਤ ਹੈ ਅਤੇ ਠਾਕੁਰ ਜੀ। ਇਹ ਉਹਨਾਂ ਦੀਆਂ ਕੁਛ ਕਹਾਣੀਆਂ ਨੇ ਜੋ ਬਾਰ-ਬਾਰ ਹਰ ਇੱਕ ਕਹਾਣੀ ਸੰਗ੍ਰਹਿ ਦੇ ਵਿੱਚ ਹੋਣਗੀਆਂ। ਇਹ ਗੱਲ ਤੁਸੀਂ ਨੋਟ ਕਰਨਾ ਜੀ, ਜਿਵੇਂ ਤਾਸ਼ ਦੀ ਆਦਤ ਹੈ ਜੀ, ਇੱਧਰ ਕਹਾਣੀ ਹੈ ਤਾਂ ਉੱਧਰ ਕਹਾਣੀ ਸੰਗ੍ਰਹਿ ਵੀ ਛਾਪਤਾ, ਠੀਕ ਹੈ, ਕਈ ਜਗ੍ਹਾ ਉਹਨਾਂ ਨੇ ਬਾਅਦ ਦੇ ਵਿੱਚ, ਤਾਂ ਉਹ ਚੀਜ਼ ਯਾਦ ਰੱਖਣ ਵਾਲੀ ਗੱਲ ਹੈ। ਉਸ ਤੋਂ ਬਾਅਦ ਜੀ ਭੂਆ ਅਲੱਗ ਤੌਰ 'ਤੇ ਵੀ ਕਹਾਣੀ ਹੈਗੀ ਹੈ, ਠੀਕ ਹੈ। ਹੋਰ ਵੀ ਕਹਾਣੀਆਂ ਦੀ ਅੱਗੇ ਆਪਾਂ ਗੱਲ ਕਰਾਂਗੇ ਜਿਹੜੀਆਂ ਹਰ ਇੱਕ ਕਹਾਣੀ ਸੰਗ੍ਰਹਿ ਦੇ ਵਿੱਚ, ਕਈ ਹੋਰ ਕਹਾਣੀ ਸੰਗ੍ਰਹਿਾਂ ਦੇ ਵਿੱਚ ਵੀ ਸ਼ਾਮਲ ਹੈ, ਜਿਨ੍ਹਾਂ ਦੀ ਗੱਲ ਭੂਆ ਨੂੰ ਅਲੱਗ ਤੌਰ 'ਤੇ ਵੀ ਕਹਾਣੀ ਸੰਗ੍ਰਹਿ ਦੇ ਤੌਰ 'ਤੇ ਵੀ ਗੱਲ ਕਰਦੇ ਆ, ਬਟ ਇਹਦੇ ਵਿੱਚ ਵੀ ਕਹਾਣੀ ਦੇ ਤੌਰ 'ਤੇ ਇਹ ਲਿਆ ਗਿਆ, ਉਸ ਕਹਾਣੀ ਨੂੰ ਇਹਦੇ ਵਿੱਚ ਲਿਆ ਗਾ ਇੱਕ ਕਹਾਣੀ ਦੇ ਤੌਰ 'ਤੇ, ਉਹਦੇ ਵਿੱਚ ਕਹਾਣੀ ਸੰਗ੍ਰਹਿ ਅਲੱਗ ਹੈ। ਤਾਸ਼ ਦੀ ਆਦਤ ਨਾਲ ਵੀ ਇਸ ਤਰ੍ਹਾਂ ਹੀ ਹੁੰਦਾ ਜੀ, ਇਹ ਕਹਾਣੀ ਇਹਦੇ ਵਿੱਚ ਵੀ ਸ਼ਾਮਲ ਕਰਤੀ ਤਾਂ ਅਲੱਗ ਤੋਂ ਵੀ ਕਹਾਣੀ ਸੰਗ੍ਰਹਿ ਜੋ ਛਪਿਆ ਉਸ ਦੇ ਵਿੱਚ ਵੀ ਸ਼ਾਮਲ ਹੈ। ਹੁਣ ਗੱਲ ਕਰਦੇ ਹਾਂ ਜੀ ਇਸ ਕਹਾਣੀ ਸੰਗ੍ਰਹਿ ਦੇ ਵਿੱਚ ਧਰਮ ਪ੍ਰਤੀ ਜਿਹੜੀ ਸ਼ਰਧਾ ਅਤੇ ਸਿੱਖ ਇਤਿਹਾਸ ਦੀ ਮਹਾਨਤਾ ਨਾਲ ਸੰਬੰਧਿਤ ਕਹਾਣੀਆਂ ਨੂੰ ਪੇਸ਼ ਕੀਤਾ ਗਾ, ਕਿ ਇਹਦੇ ਵਿੱਚ ਸਿੱਖ ਇਤਿਹਾਸ ਹੈ ਜੋ ਆਪਣਾ, ਉਸ ਦੇ ਬਾਰੇ ਵਿਚਾਰ ਚਰਚਾ ਕੀਤੀ ਗਈ ਆ, ਉਸ ਨੂੰ ਪੇਸ਼ ਕੀਤਾ ਗਿਆ। ਸਿੱਖ ਇਤਿਹਾਸ ਦੀ ਕਹਿ ਲਓ ਜੀ ਮਹਾਨਤਾ ਨੂੰ, ਉਹਦੇ ਨਾਲ ਸੰਬੰਧਿਤ ਕਹਿ ਲਓ ਜੀ ਇੱਕ ਨਾਇਕ ਦੇ ਤੌਰ 'ਤੇ ਪੇਸ਼ ਕੀਤੀਆਂ ਹੋਈਆਂ ਪਾਤਰ ਜਿਹੜੇ ਨੇ ਇੱਕ ਨਾਇਕ ਦੇ ਤੌਰ 'ਤੇ ਪੇਸ਼ ਹੁੰਦੇ ਨੇ। ਧਰਮ ਦੇ ਪ੍ਰਤੀ ਉਹਦੀ ਸ਼ਰਧਾ ਨਾਨਕ ਸਿੰਘ ਦੀ, ਉਹ ਪੇਸ਼ ਕਰਦਾ ਗਾ। ਤਾਂ ਪਹਿਲੀ ਕਹਾਣੀ ਦੇ ਬਾਰੇ ਥੋੜ੍ਹੀ ਜਿਹੀ ਗੱਲ ਕਰਦੇ ਹਾਂ ਜੀ, ਠਾਕਰ। ਇਹਦੇ ਵਿੱਚ ਜੀ ਉਹ ਗੁਰੂ ਗੋਬਿੰਦ ਸਿੰਘ ਜੀ ਨਾਲ ਸੰਬੰਧਿਤ ਹੈ ਜੀ, ਯਾਦ ਰੱਖਿਓ ਜੀ, ਠਾਕਰ ਕਹਾਣੀ ਹੈ ਜੀ ਗੁਰੂ ਗੋਬਿੰਦ ਸਿੰਘ ਜੀ ਨਾਲ ਸੰਬੰਧਿਤ। ਕਹਾਣੀ ਦੇ ਰਾਹੀਂ ਗੁਰੂ ਜੀ ਦੇ ਪ੍ਰਤੀ, ਠੀਕ ਹੈ ਜੀ, ਕਹਿ ਲਈਏ ਜੀ, ਉਹ ਜਿਹੜੀ ਹੈਗੀ ਹੈ ਪ੍ਰਤੀ ਅਥਾਹ ਸ਼ਰਧਾ ਨੂੰ ਕਹਿ ਲਓ ਜੀ ਪੇਸ਼ ਕਰਦਾ ਗਾ। ਉਹਨਾਂ ਦੇ ਕਹਿ ਲਓ ਜੀ ਗੁਰੂ ਨਾਨਕ ਦੇਵ ਜੀ ਨਾਲ ਸੰਬੰਧਿਤ ਉਹਨਾਂ ਦੀ ਨਾਨਕ ਸਿੰਘ ਦੀ ਜੋ ਸ਼ਰਧਾ ਹੈਗੀ ਆ, ਉਸ ਨੂੰ ਕਹਾਣੀ ਦੇ ਰੂਪ ਵਿੱਚ ਪੇਸ਼ ਕਰਦੇ ਨੇ ਠਾਕਰ ਜੀ। ਕਾਇਆ ਕਲਪ ਦੇ ਵਿੱਚ ਇਹ ਯਾਦ ਰੱਖਿਓ ਜੀ, ਉਹ ਕਿਹਦੇ ਨਾਲ ਸੰਬੰਧਿਤ ਹੈ ਜੀ, ਗੁਰੂ ਗੋਬਿੰਦ ਸਿੰਘ ਜੀ ਨਾਲ। ਇਹ ਕਿਹੜੀ ਕਹਾਣੀ ਅੰਤਰਗਤ ਕੀ ਹੋ ਗਈ, ਗੁਰੂ ਨਾਨਕ ਦੇਵ ਜੀ ਨਾਲ ਸੰਬੰਧਿਤ ਹੋ ਗਈ ਜੀ। ਉਹਨਾਂ ਦੀ ਭੂਮੀਆਂ ਚੋਰ ਨੂੰ ਸੁਧਾਰਨ ਵਾਲੀਆਂ ਜਿਹੜੀਆਂ ਸਾਖੀਆਂ ਨੇ, ਇਹਦੇ ਵਿੱਚ ਕੀ ਹੈ ਜੀ, ਸਾਖੀਆਂ। ਕਾਇਆ ਕਲਪ ਦੇ ਵਿੱਚ ਸਾਖੀਆਂ ਭਾਵ ਕਿਸੇ ਦੀ ਕਾਇਆ ਨੂੰ ਕਲਪ ਕਰ ਦੇਣਾ, ਠੀਕ ਆ, ਉਹਨਾਂ ਦਾ ਸਾਖੀਆਂ ਨੂੰ ਭਾਵ ਵਰਣਨ ਕੀਤਾ ਹੋਇਆ, ਜਿਹਦੇ ਨਾਲ ਕਿਸੇ ਇਨਸਾਨ ਦੀ ਭਾਵ ਉਹਨਾਂ ਤੋਂ ਪ੍ਰੇਰਿਤ ਹੋ ਕੇ, ਗੁਰੂ ਨਾਨਕ ਦੇਵ ਜੀ ਤੋਂ ਪ੍ਰੇਰਿਤ ਹੋ ਕੇ ਉਹ ਜਿਹੜਾ ਹੈਗਾ ਪੂਰਾ ਹੀ ਬਦਲ ਜਾਂਦਾ, ਉਸ ਦੀ ਗੱਲ ਕੀਤੀ ਹੋਈ ਹੈ। ਇਸ ਤਰੀਕੇ ਦੀਆਂ ਕਹਾਣੀਆਂ ਨੂੰ ਕਹਿ ਲਓ ਜੀ ਗੱਲ ਕੀਤੀ ਹੋਈ ਹੈ, ਇਸ ਤਰ੍ਹਾਂ ਦੀ ਕਹਾਣੀਆਂ ਦੱਸੀਆਂ ਹੋਈਆਂ ਨੇ ਕਾਇਆ ਕਲਪ ਕਹਾਣੀ ਦੇ ਵਿੱਚ। ਸਾਖੀਆਂ ਦੀ ਗੱਲ ਕੀਤੀ ਹੈ ਇਹਦੇ ਵਿੱਚ, ਸਾਖੀਆਂ ਜੀ ਯਾਦ ਰੱਖਿਓ। ਸੁਨਹਿਰੀ ਜਿਲਦ ਜੀ, ਸੁਨਹਿਰੀ ਜਿਲਦ ਕਹਾਣੀ ਸੰਗ੍ਰਹਿ ਹੈ ਜੀ ਜਿਹੜਾ 1940 ਦੇ ਵਿੱਚ ਹੀ ਪ੍ਰਕਾਸ਼ਿਤ ਹੁੰਦਾ। ਇਹਦੇ ਵਿੱਚ 11 ਕਹਾਣੀਆਂ ਸੀ, ਠੀਕ ਹੈ। ਸੁਨਹਿਰੀ ਜਿਲਦ ਤਾਂ ਹੋਏਗੀ ਜੀ ਇੱਕ, ਠੀਕ ਹੈ ਜੀ। ਭਗਤ ਜੀ, ਤਾਸ਼ ਦੀ ਆਦਤ ਇਹਦੇ ਵਿੱਚ ਵੀ ਆ ਗਈ ਜੀ, ਪਹਿਲਾਂ ਵੀ ਆ ਗਈ ਆ ਕਹਾਣੀ ਸੰਗ੍ਰਹਿ, ਇੱਧਰ ਵੀ ਆ ਗਿਆ। ਰੱਬ ਆਪਣੇ ਅਸਲੀ ਰੂਪ 'ਚ ਪਹਿਲਾਂ ਵੀ ਆ ਗਿਆ ਸੀ, ਹੁਣ ਵੀ ਆ ਗਈ ਆ। ਅਰਜ਼ੀ ਪਹਿਲਾਂ ਵੀ ਸੀਗੀ ਜੀ, ਕਿਹੜੇ ਕਹਾਣੀ ਸੰਗ੍ਰਹਿ ਦੇ ਵਿੱਚ ਸੀ, ਕਮੈਂਟ ਵਿੱਚ ਦੱਸਿਓ ਜੀ। ਲక్ష్ਮੀ ਪੂਜਾ ਜੀ, ਉੱਚਾ ਨੱਕ ਪਹਿਲਾਂ ਵੀ ਸੀਗੀ ਜੀ, ਕਿਹੜੇ ਕਹਾਣੀ ਸੰਗ੍ਰਹਿ ਦੇ ਵਿੱਚ ਸੀਗੀ। ਵੱਡਾ ਡਾਕਟਰ, ਇਹ ਵੀ ਪਹਿਲਾਂ ਹੈਗੀ ਸੀਗੀ ਜੀ। ਇਸ ਤੋਂ ਇਲਾਵਾ ਜੀ ਕਹਿ ਲਓ ਜੀ ਕਹਿ ਸਕਦੇ ਹਾਂ ਆਪਾਂ ਕਿ ਮਾਂ ਦੀ ਦੌਲਤ, ਹਨੇਰਾ ਸਨ, ਪ੍ਰਭਾਤ ਦਾ ਸੁਪਨਾ, ਇਹ ਉਹਨਾਂ ਦੇ ਕਹਾਣੀ ਸੰਗ੍ਰਹਿ ਦੇ ਵਿੱਚ ਸ਼ਾਮਲ 11 ਕਹਾਣੀਆਂ ਸੀ। ਹਨੇਰਾ, ਹਾਂਜੀ, ਹਨੇਰਾ ਸਨ ਵੀ ਜੋ ਪਹਿਲਾਂ ਕਿਹੜੀ ਕਹਾਣੀ ਸੰਗ੍ਰਹਿ ਦੇ ਵਿੱਚ ਸ਼ਾਮਲ ਕਹਾਣੀ ਸੰਗ੍ਰਹਿ ਹੈਗਾ। ਕਹਾਣੀ ਸੰਗ੍ਰਹਿ ਵਿੱਚ ਕਿਹੜੇ ਦੇ ਵਿੱਚ ਸ਼ਾਮਲ ਕੀਤਾ ਗਿਆ ਉਸ ਦੀ ਦੱਸਿਓ ਜੀ ਕਮੈਂਟ ਕਰਕੇ, ਕਿਹੜੇ ਕਹਾਣੀ ਸੰਗ੍ਰਹਿ ਦੇ ਵਿੱਚ ਇਹ ਸ਼ਾਮਲ ਕਹਾਣੀ। ਇਹਨਾਂ ਦੇ ਵਿਸ਼ੇ ਵੀ ਵੱਖ-ਵੱਖ ਨੇ, ਕਿਉਂਕਿ ਜੀ ਆਪਾਂ ਗੱਲ ਹੀ ਕਰ ਦਿੱਤੀ ਜੀ, ਅਲੱਗ-ਅਲੱਗ ਇਹਨਾਂ ਨੂੰ ਕਾਹਦੇ 'ਚੋਂ ਚੱਕ ਲਿਆ ਜੀ, ਅਲੱਗ-ਅਲੱਗ ਕਹਾਣੀ ਸੰਗ੍ਰਹਿਾਂ ਦੇ ਵਿੱਚੋਂ ਚੱਕ ਲਈਆਂ ਜੀ ਇੰਨੀਆਂ ਕਹਾਣੀਆਂ ਤਾਂ, ਠੀਕ ਹੈ। ਤਾਂ ਫਿਰ ਉਹਨਾਂ ਦੇ ਵਿਸ਼ੇ ਵੀ ਕੀ ਹੋ ਜਾਣਗੇ, ਅਲੱਗ-ਅਲੱਗ ਹੀ ਹੋ ਜਾਣਗੇ। ਤਾਂ ਇਹ ਤੁਸੀਂ ਹਰ ਸਾਰੇ ਵਿਸ਼ੇ ਹੀ ਅਲੱਗ-ਅਲੱਗ ਹੈ। ਸੁਨਹਿਰੀ ਜਿਲਦ ਦੀ ਆਪਾਂ ਗੱਲ ਕਰਦੇ ਹਾਂ ਜੀ, ਜੋ ਕਹਾਣੀ ਹੈਗੀ ਹੈ ਜੀ, ਇਹ ਕਾਹਦੇ ਨਾਲ, ਫਿਰਕਾ ਪ੍ਰਸਤੀ ਦੇ ਜ਼ਹਿਰੀਲੇ ਅਸਰ ਨੇ, ਭਾਵ ਫਿਰਕਾ ਪ੍ਰਸਤੀ ਦੇ ਨਾਲ ਜੋ ਸਮਾਜ ਦੇ ਉੱਪਰ ਅਸਰ ਹੋ ਰਿਹਾ ਜੀ, ਜੋ ਸੱਚੇ ਕਹਿ ਲਓ ਜੀ ਅਮਲਾਂ ਦੇ ਰਾਹੀਂ ਪੇਸ਼ ਕੀਤਾ ਗਿਆ ਜੀ। ਉਹਨਾਂ ਨੇ ਇੱਕ ਪੇਸ਼ਕਾਰੀ ਕੀਤੀ ਹੈ ਫਿਰਕਾ ਪ੍ਰਸਤੀ ਦੇ ਵਿਰੁੱਧ, ਕਿ ਜੋ ਸੱਚੇ ਸੁੱਚੇ ਇਨਸਾਨ ਨੇ, ਸੱਚੇ ਅਮਲ ਨੇ, ਉਹ ਕਿਸ ਤਰ੍ਹਾਂ ਉਹਦੇ ਵਿੱਚ
ਕਹਿ ਲਓ ਜੀ ਸਮਾਜ ਨੂੰ ਸੇਧ ਦੇ ਸਕਦੇ ਨੇ। ਭਗਤ ਜੀ ਇੱਕ ਸਧਾਰਨ ਆਦਮੀ ਦੇ ਜੀਵਨ ਨੂੰ ਕਹਿ ਲਓ ਜੀ ਇਮਾਨਦਾਰੀ, ਸਾਦਗੀ ਅਤੇ ਕੁਰਬਾਨੀ ਦੇ ਉੱਚੇ ਗੁਣ ਨੇ ਉਹਨਾਂ ਨੂੰ ਪੇਸ਼ ਕਰਦੀ ਹੈ। ਠੀਕ ਹੈ, ਪਹਿਲਾਂ ਕਿਹੜੀ ਸੀ? ਗੁਰੂ ਗੋਬਿੰਦ ਸਿੰਘ ਜੀ ਨਾਲ ਸੰਬੰਧਿਤ। ਕਮੈਂਟ ਕਰਿਓ ਜੀ। ਕਹਾਣੀ ਦਾ ਨਾਮ ਦੱਸਿਓ ਜੀ। ਗੁਰੂ ਨਾਨਕ ਦੇਵ ਜੀ ਨਾਲ ਸੰਬੰਧਿਤ ਕਿਹੜੀ ਕਹਾਣੀ ਸੀ ਉਹਦਾ ਦੱਸਿਓ ਜੀ ਨਾਮ। ਇਹ ਕੁਛ ਕਹਾਣੀਆਂ ਨੇ ਜੋ ਕਹਿ ਲਓ ਜੀ ਇਹ ਕਿਹਦੇ ਨਾਲ ਸੰਬੰਧਿਤ ਹੈ ਜੀ? ਇੱਕ ਆਮ ਆਦਮੀ ਨਾਲ, ਉਹਦੀ ਇਮਾਨਦਾਰੀ, ਸਾਦਗੀ, ਕੁਰਬਾਨੀ ਦੇ ਜਿਹੜੇ ਗੁਣ ਨੇ ਜੀ ਉਹਨਾਂ ਦਾ ਕਹਿ ਲਓ ਜੀ ਪੇਸ਼ਕਾਰੀ ਕਰਦੀ ਹੈ। ਤਾਸ਼ ਦੀ ਆਦਤ, ਇਹ ਕਹਿ ਲਓ ਜੀ ਬੱਚੇ ਦੇ ਕਹਿ ਲਓ ਜੀ ਮਨੋ ਵਿਸ਼ਲੇਸ਼ਣ, ਕਹਿ ਲਓ ਜੀ ਬੱਚੇ ਦੇ ਕਹਿ ਲਓ ਮਨ ਭਾਵ ਨੇ, ਜੋ ਮਨ ਦੇ ਭਾਵ ਨੇ ਉਹਨਾਂ ਨੂੰ ਪੇਸ਼ ਕਰਦੀ ਹੈ, ਜਿਹਨੂੰ ਆਪਾਂ ਮਨੋ ਵਿਸ਼ਲੇਸ਼ਣ ਦਾ ਨਾਮ ਦਿੰਦੇ ਹਾਂ। ਲక్ష్ਮੀ ਪੂਜਾ, ਇਹ ਕਹਾਣੀ ਦੇ ਵਿੱਚ ਕੀ ਦੱਸਿਆ ਗਿਆ ਜੀ? ਇੱਕ ਕਹਿ ਲਓ ਜੀ ਕੋਮਲ ਕਲਾਕਾਰ ਹੈ, ਉਸ ਦਾ ਕਹਿ ਲਓ ਜੀ ਅਪੇਖਿਆ ਭਾਵ ਕਿਸੇ ਦੇ ਕਾਰਨ ਉਹ ਸ਼ਿਕਾਰ ਹੁੰਦਾ, ਭਾਵ ਅਪੇਖਿਆ ਦਾ ਭਾਵ ਤਾਂ ਉਹ ਜ਼ਿੰਦਗੀ ਦੇ ਨਾਲ ਕਿਸ ਤਰ੍ਹਾਂ ਘੋਲ ਕਰਦਾ, ਭਾਵ ਉਹਨੂੰ ਕਿਹੜੀਆਂ ਕਿਹੜੀਆਂ ਮੁਸ਼ਕਲਾਂ ਦੇ ਵਿੱਚੋਂ ਲੰਘਣਾ ਪੈਂਦਾ, ਉਸ ਦੀ ਗੱਲ ਕੀਤੀ ਹੋਈ ਹੈ। ਕਹਾਣੀਆਂ ਦੁਆਰਾ ਕਹਿ ਲਓ ਜੀ ਕਹਿ ਲਓ ਨਿਜ਼ਾਮ ਉੱਤੇ ਕਹਿ ਲਓ ਜੀ ਬਿਆਨ ਕੀਤਾ ਗਾ। ਉਹਦੇ ਕਹਾਣੀ ਦੇ ਵਿੱਚ ਕਿਸ ਤਰ੍ਹਾਂ ਕਹਿ ਲਓ ਜੀ ਇੱਕ ਕਲਾਕਾਰ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਜ਼ਿੰਦਗੀ ਦੇ ਵਿੱਚ, ਠੀਕ ਹੈ, ਉਸ ਦੀ ਪੇਸ਼ਕਾਰੀ ਕੀਤੀ ਹੈ। ਅਤੇ ਜੋ ਕਹਿ ਲਓ ਜੀ ਨਿਜ਼ਾਮ ਹੁੰਦੇ ਨੇ ਉਸ ਵਰਗ ਦੇ ਉੱਪਰ ਉਹ ਬਿਆਨ ਕਰਦੀ ਹੋਈ ਆਪਾਂ ਨੂੰ ਦਿਖਾਈ ਦਿੰਦੀ ਹੈ ਕਹਾਣੀ ਲక్ష్ਮੀ ਪੂਜਾ ਜੀ। ਅਗਲੀ ਕਹਾਣੀ ਸੰਗ੍ਰਹਿ ਹੈ ਜੀ ਜੋ ਆਪਣਾ, ਉਹ ਕਿਹੜਾ ਜੀ? ਸੁਪਨਿਆਂ ਦੀ ਕਬਰ। ਇਹ 1950 ਦੇ ਵਿੱਚ ਸ਼ਬਦ ਆ। ਇਹਦੇ ਅੰਤਰਗਤ ਕਿੰਨੀਆਂ ਹੋਊਗੀਆਂ ਜੀ? ਇਹਦੇ ਵਿੱਚ ਕਹਾਣੀਆਂ 9 ਸ਼ਾਮਲ ਹੈ। ਅੰਤ, ਰਾਮਤਾ ਅਤੇ ਉਸ ਤੋਂ ਬਾਅਦ ਆਦਰਸ਼ਵਾਦੀ, ਇਨਾਮੀ ਕਹਿ ਲਓ ਜੀ, ਇਨਾਮ ਕਹਾਣੀ ਕਹਿ ਸਕਦੇ ਹਾਂ ਇਹਨੂੰ, ਇਨਾਮੀ ਕਹਾਣੀ ਬੋਲਿਆ ਜਾਂਦਾ ਸੀ। ਇਸ ਤੋਂ ਬਾਅਦ ਪ੍ਰਭਾਤ ਦਾ ਸੁਪਨਾ ਅਤੇ ਜਦੋਂ ਸਾਡੇ ਵਿੱਚ ਇਨਸਾਨ ਪ੍ਰਗਟ ਹੁੰਦਾ ਹੈ ਜੀ, ਉਹ ਕਹਾਣੀ ਲక్ష్ਮੀ ਪੂਜਾ ਫਿਰ ਰਿਪੀਟ ਹੋ ਰਹੀ ਹੈ ਜੀ। ਸਨੋਫਾਲ, ਅਰਜ਼ੀ ਫਿਰ ਰਿਪੀਟ ਹੋ ਰਹੀ ਹੈ ਜੀ। ਸੁਪਨਿਆਂ ਦੀ ਕਬਰ ਕਹਾਣੀ ਸੰਗ੍ਰਹਿ ਦਾ ਨਾਮ ਹੀ ਹੈ, ਤਾਂ ਇਹ ਕਹਾਣੀ ਜ਼ਰੂਰ ਹੋਏਗੀ ਜੀ। ਇਹ ਕੁਛ ਕਹਾਣੀਆਂ ਨੇ ਜੀ ਜਿਹੜੀਆਂ 9 ਇਹਦੇ ਵਿੱਚ ਸ਼ਾਮਲ ਨੇ, ਅਤੇ ਕੁਛ ਉਹਦੇ ਵਿੱਚ ਰਿਪੀਟ ਹੋ ਗਈਆਂ ਨੇ ਜੀ 3, ਉਹਨਾਂ ਦੀ ਆਪਾਂ ਗੱਲ ਕਰ ਚੁੱਕੇ ਹਾਂ ਕਿ ਕਿਹੜੀਆਂ ਕਿਹੜੀਆਂ ਰਿਪੀਟ ਹੋ ਗਈਆਂ, ਕਿਹੜੇ ਕਿਹੜੇ ਕਹਾਣੀ ਸੰਗ੍ਰਹਿ ਦੇ ਵਿੱਚੋਂ ਤੁਸੀਂ ਦੇਖ ਲੈਣਾ। ਸਨੋਫਾਲ ਕਹਾਣੀ ਦੇ ਵਿੱਚ ਕਿਹੜੀ ਪੇਸ਼ਕਾਰੀ ਕੀਤੀ ਹੈ ਜੀ? ਉਹਨਾਂ ਨੇ ਪੇਸ਼ਕਾਰੀ ਕੀਤੀ ਹੈ ਜੀ ਪਹਾੜੀ ਮਜ਼ਦੂਰ ਨੇ ਜੋ ਗਰੀਬ ਨੇ, ਆਰਥਿਕ ਕਹਿ ਲਓ ਜੀ ਸਮੱਸਿਆਵਾਂ ਦਾ ਜੋ ਸਾਹਮਣਾ ਕਰਨਾ ਪੈ ਰਿਹਾ ਉਸ ਨੂੰ ਪੇਸ਼ਕਾਰੀ ਕਰਦੇ ਆ। ਸਨੋਫਾਲ ਕਹਾਣੀ ਕੀ ਕਰਦੀ ਹੈ ਜੀ? ਪਹਾੜੀ ਜੋ ਮਜ਼ਦੂਰ ਨੇ ਉਹਨਾਂ ਦੇ ਜੀਵਨ ਨੂੰ ਜੋ ਕਹਿ ਲਓ ਜੀ ਸਮੱਸਿਆਵਾਂ ਨੇ, ਭਾਵ ਉਹਨਾਂ ਦੀ ਰੋਜ਼ੀ ਰੋਟੀ ਦੀ ਸਮੱਸਿਆ, ਭਾਵ ਆਰਥਿਕ ਸਮੱਸਿਆ, ਉਸ ਦੀ ਪੇਸ਼ਕਾਰੀ ਕਰਦੀ ਹੈ। ਇਸ ਕਹਾਣੀ ਦੇ ਵਿੱਚ ਕਹਿ ਲਓ ਜੀ ਕਿਹਦੀ ਗੱਲ ਕੀਤੀ ਹੈ ਜੀ? ਮਰਦਾਂ ਦੀ ਵੱਲੋਂ ਇਸਤਰੀ ਜਾਤੀ ਨਾਲ ਕੀਤੇ ਗਏ ਕਹਿ ਲਓ ਜੀ ਜ਼ਬਰ, ਜ਼ੁਲਮ, ਅਨਿਆਂ, ਉਹਦੀ ਪੇਸ਼ਕਾਰੀ ਕਰਦੀ ਹੈ। ਠੀਕ ਹੈ, ਉਸ ਦੀ ਆਪਾਂ ਗੱਲ ਕੀਤੀ ਹੈ ਜੀ ਅੰਤ ਅਤੇ ਉਹਦੀ ਰਾਤਮਾ, ਭਾਵ ਰਾਤ ਦਾ ਅੰਤ ਕਰ ਦੇਣਾ, ਜੋ ਅੰਧਕਾਰ ਜੋ ਭਾਵ ਕਹਿ ਲਓ ਜੀ ਇਸਤਰੀ ਵਰਗ ਨਾਲ ਕੀਤਾ ਜਾ ਰਿਹਾ ਸੀ ਪੁਰਸ਼ ਵਰਗ ਦੇ ਵੱਲੋਂ, ਉਸ ਦਾ ਕਹਿ ਲਓ ਜੀ ਅੰਤ ਕਰਨ ਦਾ ਨਾਲ ਭਾਵ ਇੱਕ ਪ੍ਰੇਰਨਾ ਦੇ ਰਹੀ ਆ ਜ਼ੁਲਮ ਦੇ ਵਿਰੁੱਧ, ਉਹਦੀ ਭਾਵ ਚੀਜ਼ ਨੂੰ ਖਤਮ ਕਰਨ ਦੇ ਲਈ। ਇਹ ਕਹਾਣੀ ਸੰਗ੍ਰਹਿ ਦੇ ਵਿੱਚ ਆਪਾਂ ਗੱਲ ਕਰਦੇ ਹਾਂ ਜੀ। ਇਸ ਤੋਂ ਇਲਾਵਾ ਹੋਰ ਜਿਹੜੀਆਂ ਨੇ ਜੀ ਕਹਾਣੀਆਂ ਨੇ, ਜਿਵੇਂ ਉਪਰੋਕਤ ਕਹਾਣੀ ਸੰਗ੍ਰਹਿਾਂ ਦੇ ਵਿੱਚ ਭੂਆ, ਤਾਸ਼, ਇਹ ਕਹਾਣੀ ਸੰਗ੍ਰਹਿ ਨੇ ਨਾਲ ਪਹਿਲਾਂ ਵੀ ਕਹਿ ਲਓ ਜੀ ਕਹਾਣੀਆਂ ਵਿੱਚ ਦਰਜ ਕਹਾਣੀਆਂ ਜੀ, ਹੋਰ ਵੀ ਕਹਾਣੀਆਂ ਦੇ ਨਾਮ ਦੱਸੇ ਨੇ ਜੀ ਜਿਨ੍ਹਾਂ ਦਾ ਕੁਛ ਦਾ ਬਾਰ ਰਿਪੀਟ ਹੋ ਗਈਆਂ ਨੇ ਜੀ। ਕਿੰਨੀਆਂ ਕਹਾਣੀਆਂ ਮੈਂ ਤੁਹਾਨੂੰ ਟਿਕ ਲਾ ਕੇ ਦੱਸਿਆ ਹੋਇਆ। ਸਵਰਗ ਅਤੇ ਉਸ ਦੇ ਵਾਰਸ ਸੰਗ੍ਰਹਿ ਵਿੱਚ ਕਹਿ ਲਓ ਜੀ ਪਹਾੜੀ ਕਹਿ ਲਓ ਜੀ ਮਜ਼ਦੂਰ ਆ, ਉਹਦੀ ਆਪਾਂ ਗੱਲ ਕਰ ਚੁੱਕੇ ਹਾਂ ਜੀ। ਉਹਦੇ ਵਿੱਚ ਸਨੋਫਾਲ ਦੇ ਵਿੱਚ ਵੀ ਸੇਮ ਹੀ ਸੀਗਾ, ਅਤੇ ਇਹਦੇ ਵਿੱਚ ਵੀ ਇਹਨਾਂ ਨੇ ਪਹਾੜੀ ਕਹਿ ਲਓ ਜੀ ਜੀਵਨ ਦੇ ਕਹਿ ਲਓ ਜੀ ਪਹਾੜੀ ਮਜ਼ਦੂਰ ਨੇ ਉਹਨਾਂ ਦੇ ਜੀਵਨ ਨੂੰ ਪੇਸ਼ਕਾਰੀ ਕੀਤੀ ਆ। ਨਾਨਕ ਸਿੰਘ ਦੀਆਂ ਸਾਰੀਆਂ ਕਹਾਣੀਆਂ ਕਹਿ ਲਓ ਜੀ ਉਹਦੇ ਵਿੱਚ ਤਤਕਾਲੀ ਸਮਾਜ ਦੇ ਜਿਹੜੇ ਵਾਪਰਨ ਵਾਲੀਆਂ ਘਟਨਾਵਾਂ ਨੇ ਉਹਨਾਂ ਨੂੰ ਵਿਸ਼ਾ ਬਣਾਉਂਦੀਆਂ ਨੇ। ਆਦਰਸ਼ਵਾਦੀ ਅਤੇ ਕਹਿ ਲਓ ਜੀ ਕਿਹੜਾ ਢੰਗ ਹੈ ਜੀ ਉਹਨਾਂ ਦਾ? ਆਦਰਸ਼ਵਾਦੀ ਹੈ ਅਤੇ ਸਮਾਜਵਾਦੀ ਢੰਗ ਦੇ ਨਾਲ ਉਹਨਾਂ ਨੂੰ ਅਪਣਾਇਆ ਗਿਆ ਹੈਗਾ। ਨਾਨਕ ਸਿੰਘ ਕਿਹੜਾ ਕਹਿ ਲਓ ਜੀ ਢੰਗ ਅਪਣਾ ਰਿਹਾ ਗਿਆ ਜੀ? ਆਦਰਸ਼ਵਾਦ ਹੈ ਜੀ ਉਹਦੇ ਵਿੱਚ,
ਅਤੇ ਦੂਸਰਾ ਹੈਗਾ ਸਮਾਜਵਾਦ। ਇਹ ਦੋਨਾਂ ਦੇ ਆਧਾਰ 'ਤੇ ਉਹ ਪੇਸ਼ਕਾਰੀ ਕਰਦਾ ਗਾ। ਉਸ ਤੋਂ ਇਲਾਵਾ ਜੀ ਉਹਨਾਂ ਦੇ ਜਿਹੜੇ ਹੈਗੇ ਨੇ ਹੰਝੂਆਂ ਦੇ ਹਾਰ, ਸਦਰਾਂ ਤੇ ਹਾਰ ਅਤੇ ਮਿੱਧੇ ਹੋਏ ਫੁੱਲ, ਠੰਡੀਆਂ ਛਾਵਾਂ ਆਦਿ ਕਹਾਣੀ ਸੰਗ੍ਰਹਿ ਵੀ ਪ੍ਰਕਾਸ਼ਿਤ ਹੋਏ ਨੇ, ਜਿਨ੍ਹਾਂ ਦੀ ਆਪਾਂ ਗੱਲ ਕਰ ਚੁੱਕੇ ਹਾਂ। ਤਾਂ ਇਹ ਕਾਹਦੇ ਨਾਲ ਸੰਬੰਧਿਤ ਸੀਗੇ ਜੀ? ਉਹਨਾਂ ਦੇ ਜਿਨ੍ਹਾਂ ਦੇ ਵਿੱਚ ਆਦਰਸ਼ਵਾਦੀ ਕਹਿ ਲਓ ਜੀ ਗੱਲਬਾਤ ਕੀਤੀ ਹੋਈ ਹੈ ਕਹਾਣੀ ਸੰਗ੍ਰਹਾਂ ਦੇ ਵਿੱਚ, ਉਹਦੀ ਗੱਲ ਕੀਤੀ ਆਪਾਂ। ਹੁਣ ਆਪਾਂ ਕੁਛ ਗੱਲ ਕਰਦੇ ਹਾਂ ਜੀ ਵੱਖਰੀ, ਠੀਕ ਹੈ, ਜਿਸ ਦੇ ਵਿੱਚ ਉਹਨਾਂ ਦਾ ਪਹਿਲਾ ਕਹਾਣੀ ਕਿਹੜਾ ਸੀਗਾ? ਪਹਿਲਾ ਕਹਾਣੀ ਸੀਗਾ ਜੀ ਉਹਨਾਂ ਦਾ ਸਭ ਤੋਂ ਪਹਿਲਾਂ 1927 ਦੇ ਵਿੱਚ ਛਪਦਾ, ਉਹ ਸੀਗਾ ਰੱਖੜੀ, ਠੀਕ ਹੈ। ਇਸ ਦਾ ਵਿਸ਼ਾ ਕੀ ਸੀਗਾ ਜੀ ਰੱਖੜੀ ਦਾ? ਇਹਦਾ ਵਿਸ਼ਾ ਸੀਗਾ ਜੀ ਸਮਾਜ ਸੁਧਾਰ, ਠੀਕ ਹੈ। ਰੱਖੜੀ ਨਾਲ ਸੰਬੰਧਿਤ ਆਪਾਂ ਕਹਾਣੀ ਨੂੰ ਪੜ੍ਹਿਆ, ਠੀਕ ਹੈ, ਬਾਅਦ ਵਿੱਚ ਸ਼ਾਮਲ ਕੀਤੀ ਹੈ। ਪਰ ਇਹ ਯਾਦ ਰੱਖਿਓ ਕਿ ਉਹਦੇ ਜਿਹੜੀ ਇਹ ਰਚਨਾ 1927 ਦੇ ਵਿੱਚ ਪਹਿਲੀ ਵਾਰ ਲਿਖੀ ਸੀ, ਇਕੱਲੀ ਕਹਾਣੀ ਲਿਖੀ ਸੀ ਇਹ। ਫਿਰ ਉਹਨੂੰ ਅਲੱਗ-ਅਲੱਗ ਕਹਾਣੀ ਸੰਗ੍ਰਹਾਂ ਦੇ ਵਿੱਚ ਸ਼ਾਮਲ ਕੀਤਾ ਗਿਆ, ਬਟ ਸਭ ਤੋਂ ਪਹਿਲੀ ਕਹਾਣੀ ਦੀ ਆਪਾਂ ਗੱਲ ਕਰਾਂਗੇ ਤਾਂ ਉਹ ਰੱਖੜੀ ਹੈ ਸੀ। ਕੱਲੋ ਕਹਾਣੀ ਦੇ ਬਾਰੇ ਗੱਲ ਕਰਦੇ ਹਾਂ ਜੀ, ਕਿਉਂਕਿ ਇਹ ਪੰਜਾਬ ਬੋਰਡ ਦੇ ਸਿਲੇਬਸ ਵਿੱਚ ਆ, ਮਾੜੀ ਜੀ ਇਹਦੀ ਗੱਲਬਾਤ ਕਰ ਲੈਂਦੇ ਹਾਂ, ਗੱਲ ਕਰਨੀ ਬਣਦੀ ਹੈ ਜੀ। ਉਹਦੇ ਵਿੱਚ ਹਿੰਦੀ ਪੰਜਾਬੀ ਭਾਸ਼ਾਵਾਂ ਦੇ ਵਿੱਚ ਅਤੇ TV ਦੇ ਵਿੱਚ ਇਹ ਕਹਾਣੀ ਦਾ ਕਹਿ ਲਓ ਜੀ ਰੂਪਾਂਤਰਨ ਕੀਤਾ, ਪੇਸ਼ ਕੀਤੀ ਗਈ ਹੈ, ਨਾਟਕ ਖੇਡੇ ਗਏ ਹੈ। ਇਹਦੇ ਪਾਤਰ ਹੀ ਦੋ ਹੈ ਜੀ। ਜਦੋਂ ਆਪਾਂ ਪਾਤਰਾਂ ਦੀ ਗੱਲ ਕਰਦੇ ਹਾਂ ਜੀ, ਕੱਲੋ ਕਹਾਣੀ ਦੇ ਵਿੱਚ ਇੱਕ ਤਾਂ ਕੱਲੋ ਅਤੇ ਇੱਕ ਲੇਖਕ ਕਹਾਣੀਕਾਰ, ਠੀਕ ਹੈ ਜੀ। ਕੱਲੋ ਕੌਣ ਹੈ ਜੀ? ਜ਼ਿਮੀਂਦਾਰ ਨਹੀਂ ਹੈ। ਉਹਦੇ ਵਿੱਚ ਉਹਨੂੰ ਇੱਕ ਭੈਣ ਦੀ ਤਰ੍ਹਾਂ ਸਮਝਦਾ ਜੀ, ਉਸ ਦੇ ਬਾਰੇ ਜੀਵਨ ਦੇ ਬਾਰੇ ਗੱਲ ਕਰਦਾ ਗਾ। ਕੱਲੋ ਦੇ ਬਾਰੇ ਸਮਾਜਿਕ ਜੀਵਨ ਨੂੰ ਦੇਖ ਕੇ ਉਹ ਬਹੁਤ ਦੁਖੀ ਹੁੰਦਾ ਗਾ। ਕੱਲੋ ਕਹਾਣੀ ਤੁਸੀਂ ਦੇਖਦੇ ਹੋ ਤਾਂ ਉਹਦੇ ਵਿੱਚ ਦੋ ਹੀ ਪਾਤਰ ਨੇ ਜੀ ਸਭ ਤੋਂ ਘੱਟ, ਇੱਕ ਕਹਾਣੀਕਾਰ ਹੈ ਅਤੇ ਇੱਕ ਕੱਲੋ ਆ। ਉਹਦੇ ਵਿੱਚ ਉਹਦੇ ਜੀਵਨ ਨੂੰ ਪੇਸ਼ ਕੀਤਾ ਜੀ ਕੱਲੋ ਉਹਦੇ ਨੂੰ, ਕਿ ਉਹਨੂੰ ਜੀਵਨ ਨੂੰ ਦੇਖਦਾ ਜੀ, ਸਮਾਜਿਕ ਜੀਵਨ ਕਿਵੇਂ ਕਿਸ ਤਰ੍ਹਾਂ ਦਾ, ਤਾਂ ਉਹਨੂੰ ਦੇਖ ਕੇ ਦੁੱਖ ਹੀ ਹੁੰਦਾ। ਕਹਾਣੀਕਾਰ ਜਿਹੜੀ ਉਹਦੀ ਕੱਲੋ ਦੇ ਨਾਲ ਜਿਹੜੀ ਵਾਪਰ ਵਾਲਾ ਸਾਰਾ ਦਿਨ ਦੀ ਭਾਵ ਸਾਰਾ ਦਿਨ ਕੰਮ ਕਰਦੀ ਰਹਿੰਦੀ ਹੈ ਜੀ ਉਹ। ਫਿਰ ਕੂੜੇ ਦੇ ਨਾਲ ਕਹਿ ਲਓ ਜੀ ਲੱਦੀ ਰਹਿੰਦੀ ਹੈ, ਬਦਲੇ ਵਿੱਚ ਉਹਨੂੰ ਘৃਣਾ, ਝਿੜਕਾਂ, ਗਾਲਾਂ ਅਤੇ ਛਿੱਤਰ ਕਹਿ ਲਓ ਜੀ, ਠੀਕ ਹੈ ਜੀ, ਹੋਰ ਜਿਹੜਾ ਇਸ ਤਰ੍ਹਾਂ ਦੇ ਭਾਵ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ। ਸ਼ਾਇਦ ਇਸੇ ਘৃਣਾ ਦੇ ਕਰਕੇ ਹੀ ਜਿਹੜਾ ਹੈਗਾ ਜੀ ਕੱਲੋ ਨੂੰ ਉਹ ਜਿਹੜਾ ਕਹਿ ਲਓ ਜੀ ਹਮਦਰਦੀ ਹੈ ਕੱਲੋ ਉਹਦੇ ਨਾਲ, ਠੀਕ ਹੈ ਜੀ, ਘৃਣਾ ਦਾ ਪਾਤਰ ਬਣਦੀ ਹੈ। ਅਤੇ ਇਹ ਇੰਨਾ ਕੁਝ ਵਾਪਰਨ ਦੇ ਬਾਵਜੂਦ ਵੀ ਉਹਦਾ ਦਿਲ ਕੀ ਹੈਗਾ ਜੀ, ਬੜਾ ਕੋਮਲ ਹੈ ਅਤੇ ਸੋਹਣਾ ਗਾ, ਬੜਾ ਸਾਫ਼ ਅਤੇ ਸੁੱਚਾ ਜਿਹਾ ਦਿਲ ਰੱਖਦੀ ਹੈ ਜੀ ਉਹ। ਕਹਾਣੀਕਾਰ ਦੇ ਵਿੱਚੋਂ ਉਹ ਕਹਿੰਦਾ ਸੱਚਮੁੱਚ ਉਹ ਅਖੀਰ 'ਤੇ ਜਾ ਕੇ ਸੋਚਦਾ ਕਿ ਸੱਚਮੁੱਚ ਹੀ ਜਾਂ ਮੇਰੀ ਉਹ ਭੈਣ ਹੁੰਦੀ ਕਿ ਇੰਨਾ ਸਾਫ਼ ਦਿਲ ਹੈ, ਇੰਨਾ ਕੋਈ ਝਟਕਾ ਖਾਂਦੀ ਹੈ ਜੀ, ਲੋਕਾਂ ਦੀਆਂ ਇੰਨੀਆਂ ਗੱਲਾਂ ਸੁਣਦੀ ਹੈ, ਇੰਨਾ ਕੰਮ ਕਰਦੀ ਹੈ, ਠੀਕ ਹੈ ਜੀ, ਫਿਰ ਵੀ ਉਹ ਇੰਨਾ ਸਾਫ਼ ਅਤੇ ਪਵਿੱਤਰ ਦਿਲ ਰੱਖਦੀ ਹੈ ਜੀ, ਕੋਮਲ ਹੈਗਾ ਇਹਦਾ ਹਿਰਦਾ। ਕਹਿੰਦਾ ਕਾਸ਼ ਮੇਰੀ ਉਹ ਸੱਚਮੁੱਚ ਦੀ ਭੈਣ ਹੁੰਦੀ, ਠੀਕ ਹੈ ਜੀ। ਕਹਾਣੀਕਾਰ ਨੇ ਉਹ ਕਹਿ ਲਓ ਜੀ ਤੋਹਫੇ ਵਿੱਚ ਜਿਹੜੀਆਂ ਖੁਸ਼ੀਆਂ ਨੇ ਉਹਨਾਂ ਨੂੰ ਸਵੀਕਾਰ ਕਰ ਲੈਂਦੀ ਹੈ, ਅਤੇ ਕੱਲੋ ਦੀ ਜਿਹੜੀ ਹੈਗੀ ਹੈ ਖੁਸ਼ੀ ਦੂਣੀ ਚੌਣੀ ਹੋ ਜਾਂਦੀ ਹੈ ਜੀ। ਭਾਵ ਜਦੋਂ ਉਹਨੂੰ ਤੋਹਫੇ ਦੇ ਵਿੱਚ ਜਦੋਂ ਖੁਸ਼ੀਆਂ ਮਿਲਦੀਆਂ ਨੇ ਕਹਾਣੀਕਾਰ ਦੇ ਵੱਲੋਂ ਇੱਕ ਭਰਾ ਦੇ ਤੌਰ 'ਤੇ, ਜਦੋਂ ਇੱਕ ਭੈਣ ਨੂੰ ਆਪਾਂ ਗੱਲ ਕਰਦੇ ਹਾਂ ਜੀ ਕੋਈ ਚੀਜ਼ ਦਿੰਦੇ ਨੇ ਤੋਹਫੇ ਵਿੱਚ, ਖੁਸ਼ੀਆਂ ਦੀ ਗੱਲ ਕਰਦੇ ਹਾਂ, ਕੁਛ ਹਾਸੇ ਖੇੜੇ ਨੇ, ਮਨ ਦੀਆਂ ਗੱਲਾਂ ਸਾਂਝੀਆਂ ਕਰਦੇ ਹਾਂ, ਤਾਂ ਉਹ ਜਿਹੜਾ ਹੈਗਾ ਇੱਕ ਖੁਸ਼ੀਆਂ ਦੇ ਤੋਹਫੇ ਹੁੰਦੇ ਨੇ ਜੀ। ਉਸੇ ਤਰ੍ਹਾਂ ਇਹਦੇ ਕਹਾਣੀ ਦੇ ਵਿੱਚ ਵਾਪਰਦਾ ਜੀ। ਅਤੇ ਕੱਲੋ ਦੇ ਵੱਲੋਂ ਪ੍ਰਗਟਾਈ ਗਈ ਜਿਹੜੀ ਹਮਦਰਦੀ ਹੈ ਮਾਨਵੀ ਰਿਸ਼ਤਿਆਂ ਦੇ ਵਿੱਚ, ਇਹਦਾ ਵਿਸ਼ਾ ਕੀ ਹੋ ਗਿਆ ਜੀ ਫਿਰ ਹੁਣ? ਇਹ ਜੀ ਜਿਹੜੇ ਮਾਨਵੀ ਰਿਸ਼ਤਿਆਂ ਦਾ ਭਾਵ ਸਤਿਕਾਰ ਕਰਨਾ ਸਿਖਾਉਂਦੀ ਆ ਆਪਾਂ ਨੂੰ, ਕਿ ਇਨਸਾਨ ਨੂੰ ਕਹਦੇ ਉਹਦੇ ਭੇਦਭਾਵ ਦੀ ਜਿਹੜੀ ਹੈਗੀ ਆ ਉਹ ਗੱਲਾਂ ਨੂੰ ਛੱਡ ਕੇ ਉਹਦੀ ਥਾਂ 'ਤੇ ਕੀ ਕਰਨਾ ਚਾਹੀਦਾ ਜੀ, ਜੋ ਰਿਸ਼ਤੇ ਨੇ ਮਾਨਵੀ ਰਿਸ਼ਤੇ ਭਾਵ ਡੂੰਘੀ ਹਮਦਰਦੀ ਭਾਵ ਮਾਨਵੀ ਰਿਸ਼ਤੇ ਨੇ ਭਾਵ ਇਨਸਾਨਾਂ ਦੇ ਨਾਲ ਰਿਸ਼ਤੇ ਨੇ, ਉਹਨਾਂ ਨੂੰ ਜਿਉਣਾ ਸਿਖਾਉਂਦੀ ਆ। ਕਿ ਜਿਵੇਂ ਕਹਾਣੀਕਾਰ ਉਹਨੂੰ ਕੀ ਇੱਕ ਭੈਣ ਸਮਝਦਾ, ਤਾਂ ਉਹ ਭਰਾ ਦੇ ਤੌਰ 'ਤੇ ਕਿਸ ਤਰ੍ਹਾਂ ਉਹਦੇ ਨਾਲ ਆਪਦੀਆਂ ਗੱਲਾਂ ਸਾਂਝੀਆਂ ਕਰਦੀ ਹੈ, ਉਸ ਦੀ ਪੇਸ਼ਕਾਰੀ ਕਰਦੀ ਹੈ ਕਿ ਇੱਕ ਇਨਸਾਨ ਨੂੰ ਦੂਜੇ ਨਾਲ ਜਿਹੜੀ ਹਮਦਰਦੀ ਰੱਖਣੀ ਚਾਹੀਦੀ ਹੈ ਇੱਕ ਭੈਣ ਭਾਈ ਦੇ ਤੌਰ 'ਤੇ। ਇਹ ਨਾਨਕ ਸਿੰਘ ਦੇ ਜੀ ਆਪਾਂ ਕਹਿ ਲਈਏ ਥੋੜ੍ਹੀ ਜਿਹੀ ਆਪਾਂ ਡਿਟੇਲ ਦੱਸੀ ਹੈ ਕਹਾਣੀ ਸੰਗ੍ਰਹਾਂ ਦੇ ਬਾਰੇ। ਹੋ ਸਕਦਾ ਕਿ ਤੁਹਾਨੂੰ ਵਧੀਆ ਲੱਗੀ ਹੋਵੇ, ਕੁਛ ਮਿਸਟੇਕ ਵੀ ਹੋਣ ਤਾਂ ਉਹ ਉਹਨਾਂ ਨੂੰ ਤੁਸੀਂ ਨੋਟ ਕਰ ਲੈਣਾ, ਦੱਸ ਸਕਦੇ ਹੋ। ਅਤੇ ਉਮੀਦ ਕਰਦਾ ਕਿ ਸਾਰੇ ਜਣੇ ਇਹਨੂੰ ਪਸੰਦ ਕਰੋਗੇ। ਧੰਨਵਾਦ ਜੀ।